हेलो एवरीवन, वेलकम टू स्टडी रहस्य। ਅੱਜ ਕਰ ਰਹੇ ਹਾਂ ਆਪਾਂ ਸਿੱਖ ਗੁਰੂ ਦਾ ਪਾਰਟ 10th ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿਹੜੀਆਂ ਨੇ, ਲੜਾਈਆਂ ਕਿਹੜੀਆਂ ਨੇ ਜਾਂ ਕਿਵੇਂ ਸ਼ਹੀਦੀ ਹੋਈ, ਸਾਰਾ ਕੁਝ ਆਪਾਂ ਇਸ ਦੇ ਵਿੱਚ ਦੇਖਾਂਗੇ। ਔਰ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜੁਆਇਨ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਜਿਹੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਸਿੱਖਾਂ ਦੇ 10ਵੇਂ ਤੇ ਆਖਰੀ ਗੁਰੂ ਹੋਏ ਨੇ ਆਪਣੇ, ਠੀਕ ਹੈ। ਇਹ 10ਵੇਂ ਸੀਗੇ ਤੇ ਲਾਸਟ ਗੁਰੂ ਸੀ। ਇਸ ਤੋਂ ਬਾਅਦ ਜਿਹੜੇ ਗੁਰੂ ਬਣੇ ਸੀ ਕੌਣ ਸੀਗੇ ਆਪਣੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਿਆ ਜਾਂਦਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਕੀਤਾ ਸੀ। ਮਤਲਬ ਸਿੱਖਾਂ ਦੀ ਧਰਮ ਨੂੰ ਸਥਾਪਨਾ ਕਿਹਨੇ ਕੀਤੀ ਸੀ? ਗੁਰੂ ਨਾਨਕ ਦੇਵ ਜੀ ਨੇ। ਤੁਸੀਂ ਆਨਸਰ ਟਿਕ ਕਰੋਗੇ। ਤੇ ਉਹਨਾਂ ਦੇ 8 ਅਧਿਕਾਰੀਆਂ ਨੇ ਹੌਲੀ ਹੌਲੀ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ 8 ਸੀਗੇ ਗੁਰੂ ਸੀਗੇ, ਉਹਨਾਂ ਨੇ ਹੌਲੀ ਹੌਲੀ ਸਿੱਖ ਧਰਮ ਦਾ ਪ੍ਰਚਾਰ ਕਰੀ ਗਏ ਨੇਗੇ। ਬਟ ਜਿਹੜਾ ਉਸ ਕਾਰਜ ਨੂੰ ਪੂਰਾ ਕਿਹਨੇ ਕੀਤਾ ਸੀਗਾ? ਗੁਰੂ ਗੋਬਿੰਦ ਸਿੰਘ ਜੀ ਨੇ ਹੀ ਇਹਨਾਂ ਨੂੰ, ਇਸ ਕੰਮ ਨੂੰ ਪੂਰਾ ਕੀਤਾ ਸੀਗਾ। ਉਹਨਾਂ ਨੇ 1699 ਦੇ ਵਿੱਚ ਖਾਲਸਾ ਦੀ ਸਾਜਨਾ ਕਰਕੇ ਸਿੱਖ ਮਤ ਨੂੰ ਅੰਤਿਮ ਰੂਪ ਦਿੱਤਾ ਸੀਗਾ। ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ, ਏਕਤਾ ਦੀ ਭਾਵਨਾ ਉਤਪੰਨ ਕਰ ਦਿੱਤੀ। ਤੇ ਇਸ ਤੋਂ ਬਾਅਦ ਕੀ ਸੀਗਾ? ਗੁਰੂ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪਰੰਪਰਾ, ਕਿਸੇ ਪਰਸਨ ਨੂੰ ਨਾ ਦੇ ਕੇ, ਦੇਹਧਾਰੀ ਗੁਰੂ ਨੂੰ ਗੱਦੀ ਨਾ ਦੇ ਕੇ, ਉਹਨਾਂ ਨੇ ਕੀ ਕੀਤਾ ਸੀਗਾ? ਗੁਰੂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਪੰਥ ਵਿੱਚ ਵੰਡ ਦਿੱਤੀ ਹੈ। ਉਸ ਤੋਂ ਬਾਅਦ ਹੀ ਆਪਾਂ ਗੁਰੂ ਕਿਹਨੂੰ ਮੰਨਦੇ ਹਾਂ? ਅੱਜ ਦੇ ਟਾਈਮ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਜਾਂਦਾ ਹੈਗਾ ਸਿੱਖ ਧਰਮ ਦੇ ਅੰਦਰ। ਤੇ ਗੁਰੂ ਜੀ ਦੇ ਵਿੱਚ ਇੱਕ ਟਾਈਮ ਦੇ ਵਿੱਚ, ਇੱਕ ਸਮੇਂ ਦੇ ਵਿੱਚ ਕਾਫੀ ਸਾਰੀਆਂ ਇਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕੁਆਲਿਟੀ ਸੀ ਗੁਰੂ ਦੇ ਅੰਦਰ। ਕਿਹੜੀਆਂ ਨੇ? ਜਿੱਦਾਂ ਸਪਿਰਿਚੁਅਲ ਲੀਡਰ ਸੀ ਗੁਰੂ ਜੀ, ਐਂਡ ਆਰਗੇਨਾਈਜ਼ਰ, ਅ ਨੇਟਿਵ ਸੋਲਜਰ, ਐਂਡ ਇੰਟੈਲੀਜੈਂਟ ਸਕੋਲਰ, ਐਂਡ ਅ ਫਾਈਨ ਰਿਫੋਰਮਰ। ਤੇ ਗੁਰੂ ਜੀ ਇੱਕ ਸਪਿਰਿਚੁਅਲ ਮਾਸਟਰ ਵੀ ਸੀਗੇ, ਵੋਰੀਅਰ ਵੀ ਸੀ, ਯੋਧਾ ਵੀ ਸੀਗੇ, ਇੱਕ ਅੱਛੇ ਕਵੀ ਸੀ, ਪੋਇਟ ਸੀਗੇ, ਫਿਲੋਸਫਰ ਵੀ ਸੀਗੇ। ਇਹ ਸਾਰੀਆਂ ਕੁਆਲਿਟੀਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ। ਇਹ ਧਿਆਨ ਰੱਖਣਾ ਹੈਗਾ। ਫਿਰ ਆਉਂਦਾ ਹੈਗਾ ਗੁਰੂ ਜੀ ਦੀ ਲਾਈਫ ਦੇ ਬਾਰੇ। ਹੁਣ ਦੇਖੋ, ਗੁਰੂ ਜੀ ਦਾ ਬਰਥ ਹੋਇਆ ਸੀਗਾ 1666 ਨੂੰ, ਗੁਰੂ ਜੀ ਦੀ ਡੈਥ ਹੋਈ ਹੈ 1708 ਈਸਵੀ ਨੂੰ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਵਧੀਆ ਸਿੱਖਿਆ ਪ੍ਰਾਪਤ ਕੀਤੀ ਹੈ। ਗੁਰੂ ਜੀ ਨੂੰ ਕਾਫੀ ਲੈਂਗੁਏਜ ਦੀ ਨੌਲੇਜ ਸੀ, ਕਾਫੀ ਗੁਰੂ ਜੀ ਦੀ ਐਜੂਕੇਸ਼ਨ ਕਾਫੀ ਅੱਛੀ ਰਹੀ ਹੈਗੀ। ਉਹਨਾਂ ਨੇ ਆਪਣੇ ਪਿਤਾ ਨੂੰ, ਗੁਰੂ ਜੀ ਦੇ ਪਿਤਾ ਜੀ ਕੌਣ ਸੀਗੇ? ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਲਈ ਆਪਣੇ ਹੱਥੀਂ ਤੋਰਿਆ ਸੀਗਾ। ਉਹਨਾਂ ਨੇ ਬਹਾਦਰ ਸੈਨਿਕਾਂ ਦੀ ਸਿਰਜਣਾ ਕਰਕੇ ਤੇ ਖਾਲਸਾ ਸਾਜ ਕੇ ਮੁਗਲਾਂ ਦੇ ਜ਼ੁਲਮ ਨਾਲ ਟੱਕਰ ਲਈ। ਉਹਨਾਂ ਨੇ ਉੱਤਮ ਸਾਹਿਤ ਰਚਿਆ। ਉਹਨਾਂ ਦਾ ਸਾਰਾ ਜੀਵਨ ਸੰਘਰਸ਼ਮਈ ਰਿਹਾ ਹੈਗਾ। ਗੱਲ ਆਉਂਦੀ ਹੈਗੀ ਉਹਨਾਂ ਦਾ ਜਨਮ ਤੇ ਮਾਤਾ ਪਿਤਾ ਦੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਪਟਨਾ, ਬਿਹਾਰ ਦੀ ਰਾਜਧਾਨੀ ਵਿਖੇ ਹੋਇਆ ਸੀਗਾ। ਉਹਨਾਂ ਦੇ ਮਾਤਾ ਦਾ ਨਾਂ ਕੀ ਸੀਗਾ? ਗੁਜਰੀ ਸੀਗਾ। ਉਹ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਇਕਲੌਤੇ ਪੁੱਤਰ ਸੀਗੇ ਗੁਰੂ ਗੋਬਿੰਦ ਸਿੰਘ ਜੀ। ਹੁਣ ਦੇਖੋ, ਜਿਸ ਟਾਈਮ ਤੇ ਆਪਾਂ ਪਹਿਲਾਂ ਕਰ ਚੁੱਕੇ ਹਾਂ ਗੁਰੂ ਤੇਗ ਬਹਾਦਰ ਵਾਲੀ ਵੀਡੀਓ ਦੇ ਅੰਦਰ, ਠੀਕ ਹੈ। ਗੁਰੂ ਤੇਗ ਬਹਾਦਰ ਜੀ ਦੇ ਭਾਰਤ ਦੇ ਪੂਰਬੀ ਪ੍ਰਦੇਸ਼ਾਂ ਦੀ ਯਾਤਰਾ ਕਰ ਰਹੇ ਸਨ। ਉਸ ਵੇਲੇ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿਖੇ ਰੁਕੇ ਹੋਏ ਸਨ। ਤਾਂ ਗੁਰੂ ਤੇਗ ਬਹਾਦਰ ਜੀ ਦੇ ਆਦੇਸ਼ ਅਨੁਸਾਰ ਹੀ ਨਵ ਜੰਮੇ ਬਾਲ ਦਾ ਨਾਂ ਕੀ ਸੀਗਾ? ਜਦੋਂ ਗੁਰੂ ਜੀ ਦਾ ਬਰਥ ਹੋਇਆ ਸੀ ਉਸ ਟਾਈਮ ਤੇ ਨਾਮ ਸੀ ਗੋਬਿੰਦ ਦਾਸ ਸੀਗਾ। ਕੁਝ ਟਾਈਮ ਤੋਂ ਬਾਅਦ ਉਹਨਾਂ ਨੂੰ ਗੋਬਿੰਦ ਰਾਏ ਵੀ ਕਿਹਾ ਜਾਣ ਲੱਗ ਗਿਆ। ਜਦੋਂ ਖਾਲਸਾ ਪੰਥ ਦੀ ਗੁਰੂ ਜੀ ਨੇ ਸਾਜਨਾ ਕਰਤੀ ਸੀਗੀ ਤਾਂ ਨਾਮ ਕੀ ਹੋ ਗਿਆ ਸੀਗਾ? ਗੁਰੂ ਗੋਬਿੰਦ ਸਿੰਘ ਜੀ ਕਿਹਾ ਜਾਣ ਲੱਗਿਆ ਸੀਗਾ ਗੁਰੂ ਜੀ ਨੂੰ। ਤੇ ਗੁਰੂ ਜੀ ਦਾ ਜਿਹੜਾ ਸੰਬੰਧ ਸੀ ਕਿਹੜੀ ਫੈਮਿਲੀ ਨਾਲ ਸੀਗਾ? ਸੋਧੀ ਖੱਤਰੀ ਫੈਮਿਲੀ ਨਾਲ ਗੁਰੂ ਜੀ ਰਿਲੇਟ ਕਰਦੇ ਸੀਗੇ। ਉਸ ਫੈਮਿਲੀ ਨੂੰ ਗੁਰੂ ਜੀ ਬਿਲੋਂਗ ਕਰਦੇ ਸੀਗੇ। ਇਹ ਸਾਰਾ ਕੁਝ ਇੰਗਲਿਸ਼ ਦੇ ਅੰਦਰ ਹੈ। ਫਿਰ ਆਉਂਦਾ ਹੈਗਾ ਚਾਈਲਡਹੁੱਡ ਇਨ ਪਟਨਾ। ਪਟਨਾ ਵਿੱਚ ਗੁਰੂ ਜੀ ਦਾ ਬਚਪਨ, ਠੀਕ ਹੈ। ਪਟਨਾ ਦੇ ਵਿੱਚ ਗੁਰੂ ਜੀ ਦੀ ਲਾਈਫ ਕਿੱਦਾਂ ਦੀ ਸੀਗੀ? ਗੁਰੂ ਗੋਬਿੰਦ ਰਾਏ ਜੀ ਆਪਣੇ ਜੀਵਨ ਦੇ ਪਹਿਲੇ 5 ਵਰ੍ਹੇ ਪਟਨਾ ਵਿੱਚ ਹੀ ਰਹੇ। ਪਹਿਲੇ 5 ਸਾਲ ਲਾਈਫ ਤੇ ਗੁਰੂ ਜੀ ਨੇ ਪਟਨਾ ਦੇ ਵਿੱਚ ਹੀ ਰਹੇ ਨੇਗੇ। ਬਚਪਨ ਦੇ ਵਿੱਚ ਉਹ ਅਜਿਹੀਆਂ ਖੇਡਾਂ ਖੇਡਦੇ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਹ ਇੱਕ ਦਿਨ ਧਾਰਮਿਕ ਨੇਤਾ, ਇੱਕ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ। ਉਹ ਆਪਣੇ ਸਾਥੀਆਂ ਦੀਆਂ ਦੌੜਾਂ ਅਤੇ ਕੁਸ਼ਤੀਆਂ ਕਰਵਾਇਆ ਕਰਦੇ ਸਨ। ਉਹ ਆਪ ਵੀ ਉਹਨਾਂ ਖੇਡਾਂ ਵਿੱਚ ਹਿੱਸਾ ਲਿਆ ਕਰਦੇ ਸੀਗੇ। ਉਹ ਆਪਣੇ ਸਾਥੀਆਂ ਬੱਚਿਆਂ ਨੂੰ 2 ਹਿੱਸਿਆਂ ਵਿੱਚ ਵੰਡ ਕੇ ਉਹਨਾਂ ਤੋਂ ਨਕਲੀ ਯੁੱਧ ਕਰਵਾਇਆ ਕਰਦੇ ਸਨ ਤੇ ਉਹਨਾਂ ਦਾ ਨਿਪਟਾਰਾ ਵੀ ਕਰਵਾਉਂਦੇ ਸੀ ਕਚਹਿਰੀ ਲਗਾ ਕੇ। ਫਿਰ ਆਂਦਾ ਕਿ ਗੁਰੂ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਕੁੜਾਮ ਪਟਿਆਲਾ ਦਾ ਇੱਕ ਮੁਸਲਿਮ ਫਕੀਰ ਸੀਗਾ, ਕੌਣ? ਸਿੱਧ ਭਿੱਖਨ ਨੇ ਵਚਨ ਕੀਤੇ ਸੀਗੇ ਕਿ ਇੱਕ ਦਿਨ ਇਹ ਬਾਲਕ ਇੱਕ ਮਹਾ ਪੈਗੰਬਰ ਬਣੇਗਾ, ਕਾਫੀ ਵੱਡੀ ਹਸਤੀ ਬਣੇਗਾ ਇਹ ਵਾਲਾ ਬਾਲਕ, ਗੁਰੂ ਗੋਬਿੰਦ ਸਿੰਘ ਜੀ। ਕਿਹਨੇ ਕਿਹਾ ਸੀਗਾ? ਇੱਕ ਪਟਿਆਲਾ ਦੇ ਕੋਲ ਇੱਕ ਆਪਾਂ ਕਹਿ ਸਕਦੇ ਹਾਂ ਪਿੰਡ ਹੈ ਕੁੜਾਮ, ਠੀਕ ਹੈ। ਤੇ ਇੱਕ ਮੁਸਲਿਮ ਫਕੀਰ ਸਿੱਧ ਭਿੱਖਨ ਸ਼ਾਹ ਨੇ ਬਚਨ ਕੀਤੇ ਸੀ ਇਹ ਵਾਲੇ। ਨੈਕਸਟ ਪੁਆਇੰਟ ਹੈ ਆਪਣੇ ਕੋਲੇ ਲਖਨੌਰ ਵਿਖੇ ਦਸਤਾਰਬੰਦੀ ਦੀ ਰਸਮ।
ਹੁਣ ਦੇਖੋ 1671 ਈਸवी ਦੇ ਵਿੱਚ ਗੋਬਿੰਦ ਰਾਏ ਜੀ ਅਤੇ ਉਹਨਾਂ ਦੇ ਮਾਤਾ, ਦਾਦੀ, ਮਾਮਾ ਅਤੇ ਹੋਰ ਸਿੱਖ ਲਖਨੌਰ ਪੁੱਜੇ। ਇੱਥੇ ਬਾਲਕ ਗੋਬਿੰਦ ਰਾਏ ਦੀ ਦਸਤਾਰਬੰਦੀ ਦੀ ਰਸਮ ਪੂਰੀ ਕੀਤੀ ਗਈ। ਕੁਐਸਚਨ ਕੀ ਬਣਦਾ ਹੈ, ਕਿਹੜੇ ਸੰਨ ਦੇ ਵਿੱਚ ਦਸਤਾਰਬੰਦੀ ਹੋਈ ਹੈਗੀ ਤੇ ਕਿੱਥੇ ਹੋਈ ਹੈ? ਲਖਨੌਰ ਦੇ ਵਿੱਚ ਹੋਈ ਹੈਗੀ, 1671 ਦੇ ਵਿੱਚ ਹੋਈ ਹੈਗੀ। ਅਤੇ ਉਹਨਾਂ ਦੇ ਵੱਡੇ ਮਾਮੇ ਮੇਹਰ ਚੰਦ ਨੇ, ਗੁਰੂ ਜੀ ਦੇ ਵੱਡੇ ਮਾਮਾ ਜੀ ਦਾ ਨਾਮ ਕੀ ਹੈਗਾ? ਮਾਮਾ ਮੇਹਰ ਚੰਦ ਨੇ। ਉਹਨਾਂ ਦੇ ਸੀਸ ਉੱਤੇ ਹਰੇ ਰੰਗ ਦੀ ਪੱਗ ਸਜਾਈ ਅਤੇ ਇਸ ਮੌਕੇ ਤੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੇ ਸੁੰਦਰ ਕੱਪੜੇ ਅਤੇ ਹਥਿਆਰ ਸਜਾਏ ਗਏ। ਇਹ ਸਾਰਾ ਕੁਝ ਇੰਗਲਿਸ਼ ਦੇ ਵਿੱਚ ਆਂਦਾ ਹੈ। ਫਿਰ ਆਂਦਾ ਗੁਰੂ ਜੀ ਦੀ ਐਜੂਕੇਸ਼ਨ। 1672 ਈਸਵੀ ਦੇ ਸ਼ੁਰੂ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਚੱਕ ਨਾਨਕੀ ਅਨੰਦਪੁਰ ਸਾਹਿਬ ਵਿਖੇ ਰਹਿਣ ਲੱਗੇ। ਮਤਲਬ ਗੁਰੂ ਜੀ ਉੱਥੇ ਰਹਿੰਦੇ ਸੀ ਪਹਿਲਾਂ। ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਹੈਗਾ? ਚੱਕ ਨਾਨਕੀ ਹੈ। ਉੱਥੇ ਗੁਰੂ ਗੋਬਿੰਦ ਰਾਏ ਜੀ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਕੀਤਾ ਗਿਆ। ਕਾਜੀ ਪੀਰ ਮੁਹੰਮਦ ਉਹਨਾਂ ਨੂੰ ਫਾਰਸੀ ਸਿਖਾਉਂਦੇ, ਫਾਰਸੀ ਮਤਲਬ ਪਰਸ਼ੀਅਨ ਲੈਂਗੁਏਜ। ਪੰਡਤ ਹਰਜਸ ਉਹਨਾਂ ਨੂੰ ਸੰਸਕ੍ਰਿਤ ਦਾ ਗਿਆਨ ਦਿੰਦੇ। ਰਾਜਪੂਤ ਬੰਜਰ ਸਿੰਘ ਨੇ ਉਹਨਾਂ ਨੂੰ ਘੋੜਸਵਾਰੀ ਅਤੇ ਅਸਤਰ ਸ਼ਸਤਰ ਚਲਾਉਣ ਦੀ ਸਿੱਖਿਆ ਦਿੱਤੀ। ਗੁਰਮੁਖੀ ਦਾ ਗਿਆਨ ਉਹਨਾਂ ਨੇ ਭਾਈ ਸਾਹਿਬ ਚੰਦ ਅਤੇ ਭਾਈ ਸੱਤੀ ਦਾਸ ਤੋਂ ਲਖਨੌਰ ਵਿਖੇ ਹੀ ਲੈਣਾ ਸ਼ੁਰੂ ਕਰ ਦਿੱਤਾ ਸੀ। ਮਤਲਬ ਇਹ ਪਰਸਨ ਨੇ ਗੁਰੂ ਜੀ ਨੂੰ ਇਹ ਲੈਂਗੁਏਜ ਸਿਖਾਈ ਹੈ। ਤੁਹਾਨੂੰ ਥੋੜਾ ਜਿਹਾ ਆਈਡੀਆ ਦਾ ਹੋਣਾ ਚਾਹੀਦਾ, ਪੁੱਛਿਆ ਜਾਂਦਾ ਹੈਗਾ ਮਤਲਬ ਕਿਹੜੇ ਗੁਰੂ ਤੋਂ ਗੁਰੂ ਜੀ ਨੇ ਕਿਹੜੀ ਲੈਂਗੁਏਜ ਸਿੱਖੀ ਹੈ। ਤੇ ਗੁਰੂ ਜੀ ਨੂੰ ਸੰਸਕ੍ਰਿਤ, ਉਰਦੂ, ਹਿੰਦੀ, ਬ੍ਰਜ, ਗੁਰਮੁਖੀ ਤੇ ਪਰਸ਼ੀਅਨ ਮਤਲਬ ਫਾਰਸੀ ਭਾਸ਼ਾ ਦਾ ਗੁਰੂ ਜੀ ਨੂੰ ਗਿਆਨ ਸੀਗਾ। ਗੁਰੂ ਜੀ ਨੇ ਇਹ ਵਾਲੀ ਲੈਂਗੁਏਜ ਦੀ ਨੌਲੇਜ ਸੀ। ਕੁਐਸਚਨ ਪੁੱਛਿਆ ਜਾਂਦਾ ਹੈਗਾ, ਤੁਹਾਨੂੰ 4 ਆਪਸ਼ਨ ਦੇ ਦਿੰਦੇ ਨੇ, ਗੁਰੂ ਜੀ ਨੂੰ ਕਿਹੜੀ ਮਤਲਬ ਇਹਨਾਂ ਵਿੱਚੋਂ ਕਿਹੜੀ ਲੈਂਗੁਏਜ ਆਂਦੀ ਹੈ ਜਾਂ ਕਿਹੜੀ ਲੈਂਗੁਏਜ ਨਹੀਂ ਆਂਦੀ, ਤਾਂ ਆਪਾਂ ਨੇ ਟਿਕ ਕਰਨਾ ਹੁੰਦਾ ਹੈਗਾ। ਤਾਂ ਪਤਾ ਹੋਣਾ ਚਾਹੀਦਾ ਤੁਹਾਨੂੰ ਗੁਰੂ ਜੀ ਨੂੰ ਇਹ ਵਾਲੀ ਲੈਂਗੁਏਜ ਦੀ ਨੌਲੇਜ ਹੈਗੀ ਹੈ। ਫਿਰ ਆਂਦਾ ਗੁਰਗੱਦੀ ਦੀ ਪ੍ਰਾਪਤੀ ਅਤੇ ਪਿਤਾ ਦੀ ਸ਼ਹੀਦੀ। ਹੁਣ ਦੇਖੋ ਮਈ 1675 ਆਪਾਂ ਕਰ ਚੁੱਕੇ ਹਾਂ ਆਲਰੇਡੀ ਵੈਸੇ ਇਹ ਚੀਜ਼ ਗੁਰੂ ਤੇਗ ਬਹਾਦਰ ਜੀ ਦੀ ਵੀਡੀਓ ਦੇ ਅੰਦਰ। ਮਈ 1675 ਈਸਵੀ ਵਿੱਚ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਗੁਰੂ ਤੇਗ ਬਹਾਦਰ ਜੀ ਕੋਲ ਪੁੱਜਿਆ। ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਜੀ ਕੋਲੇ ਤੇ ਉਹਨਾਂ ਨੇ ਗੁਰੂ ਜੀ ਨੂੰ ਕਸ਼ਮੀਰੀ ਪੰਡਤਾਂ ਉੱਤੇ ਹੋ ਰਹੇ ਮੁਗਲਾਂ ਅਤੇ ਅਤਿਆਚਾਰਾਂ ਬਾਰੇ ਦੱਸਿਆ। ਉਹਨਾਂ ਦੀ ਸਾਰੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਇਸ ਵੇਲੇ ਕਿਸੇ ਮਹਾਨ ਪੁਰਸ਼ ਦੀ ਬਲੀ ਦੀ ਲੋੜ ਹੈ। ਤਾਂ ਇਹ ਸੁਣ ਕੇ ਬਾਲਕ ਗੋਬਿੰਦ ਰਾਏ ਨੇ ਕਿਹਾ ਕਿ ਇਸ ਕਾਰਜ ਲਈ ਆਪ ਤੋਂ ਵੱਧ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਪਿਤਾ ਸੀਗੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਵੀ ਇਸ ਤੋਂ ਵਧੀਆ ਕਾਰਜ ਹੋਰ ਕੌਣ ਕਰ ਸਕਦਾ ਹੈਗਾ। ਤਾਂ ਉਹਨਾਂ ਨੇ ਆਪਦੇ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੋਰਿਆ ਸੀਗਾ ਸ਼ਹੀਦੀ ਦੇ ਲਈ। ਤਾਂ ਆਪਣੇ ਪੁੱਤਰ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਬਲੀ ਦੇਣ ਦਾ ਨਿਸ਼ਚਾ ਕਰ ਲਿਆ ਸੀਗਾ। ਫਿਰ ਆਂਦਾ ਗੁਰੂ ਤੇਗ ਬਹਾਦਰ ਜੀ ਗੋਬਿੰਦ ਰਾਏ ਨੂੰ ਗੁਰਗੱਦੀ ਸੌਂਪ ਕੇ ਆਪਣੇ ਸਾਥੀਆਂ ਨਾਲ ਦਿੱਲੀ ਵੱਲ ਚੱਲ ਪਏ। ਰਸਤੇ ਵਿੱਚ ਪੈਂਦੇ ਪਿੰਡ ਮਲਿਕਪੁਰ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ। ਮੈਂ ਤੁਹਾਨੂੰ ਉਸ ਵੀਡੀਓ ਵਿੱਚ ਦੱਸਿਆ ਸੀਗਾ ਵੀ ਕੋਈ ਕਹਿੰਦਾ ਗੁਰੂ ਜੀ ਨੂੰ ਕੈਦ ਕੀਤਾ ਸੀ, ਕੋਈ ਕਹਿੰਦਾ ਨਹੀਂ ਕੀਤਾ ਸੀ। ਤਾਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈਗਾ। ਹੁਣ ਉਰੇ ਕਹਿੰਦੇ ਨੇਗੇ ਵੀ ਪਿੰਡ ਮਲਿਕਪੁਰ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ ਸੀ ਗੁਰੂ ਤੇਗ ਬਹਾਦਰ ਜੀ ਨੂੰ। ਤਾਂ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਉਹ ਕੁਝ ਦਿਨਾਂ ਮਗਰੋਂ ਭਾਈ ਜੈਤਾ, ਜਿਨ੍ਹਾਂ ਦਾ ਨਾਮ ਕੀ ਸੀਗਾ ਭਾਈ ਜੀਵਨ ਸਿੰਘ ਰੰਗਰੇਟਾ, ਉਹਨਾਂ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪੁੱਜੇ। ਗੁਰੂ ਗੋਬਿੰਦ ਰਾਏ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਕਿਹਾ, ਰੰਗਰੇਟੇ ਗੁਰੂ ਕੇ ਬੇਟੇ। ਅਨੰਦਪੁਰ ਵਿਖੇ ਜਾ ਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ। ਹੁਣ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਦੀ ਕਿਸ ਟਾਈਮ ਤੇ ਮਿਲੀ ਸੀਗੀ? 9 ਸਾਲ ਦੀ ਉਮਰ ਦੇ ਵਿੱਚ ਇਨ 1675 ਦੇ ਵਿੱਚ। 1666 ਦੇ ਵਿੱਚ ਗੁਰੂ ਜੀ ਦਾ ਬਰਥ ਹੁੰਦਾ ਹੈਗਾ। ਆਫਟਰ 9 ਈਅਰ ਦੈਟ ਮੀਨਸ 1675 ਦੇ ਵਿੱਚ ਗੁਰੂ ਜੀ ਨੂੰ ਗੁਰਗੱਦੀ ਮਿਲ ਜਾਂਦੀ ਹੈ। ਫਿਰ ਇੱਕ ਕੁਐਸਚਨ ਆਂਦਾ ਹੈਗਾ, ਜਦੋਂ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਮਤਲਬ ਗੁਰੂ ਤੇਗ ਬਹਾਦਰ ਜੀ ਦੀ ਡੈਥ ਹੋ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦੀ, ਤਾਂ ਇਸ ਤੋਂ ਬਾਅਦ ਗੁਰੂ ਜੀ ਦੇ ਸਰਪ੍ਰਸਤ ਕੌਣ ਬਣਦੇ ਨੇ? ਤਾਂ ਸਰਪ੍ਰਸਤ ਹੁੰਦੇ ਨੇਗੇ ਮਾਤਾ ਗੁਜਰੀ ਤੇ ਮਾਮਾ ਕਿਰਪਾਲ ਚੰਦ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਰਪ੍ਰਸਤ। ਮਤਲਬ ਉਹਨਾਂ ਨੂੰ ਦੱਸਦੇ ਨੇਗੇ ਵੀ ਕਿੱਦਾਂ ਕੀ ਕਰਨਾ ਹੈ ਜਾਂ ਕੀ ਕੁਝ ਕਰਨਾ ਹੈਗਾ। ਗੁਰਗੱਦੀ ਕਿਹਦੇ ਕੋਲੇ ਆ ਗਈ ਹੈਗੀ? ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਗੁਰਗੱਦੀ ਸੌਂਪ ਦਿੱਤੀ ਸੀ ਗੁਰੂ ਤੇਗ ਬਹਾਦਰ ਜੀ ਨੇ। ਨੈਕਸਟ ਆਂਦਾ ਹੈਗਾ ਗੁਰੂ ਸਾਹਿਬ ਦਾ ਵਿਆਹ। ਕੁਝ ਵਿਦਵਾਨ ਗੁਰੂ ਗੋਬਿੰਦ ਸਿੰਘ ਜੀ ਦੇ 3 ਪਤਨੀਆਂ ਮਾਤਾ ਜੀਤੋ ਜੀ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਦੱਸਦੇ ਹਨ। ਮਤਲਬ ਕੁਝ ਤਾਂ ਕਹਿੰਦੇ ਨੇ 3 ਵਾਈਫਸ ਨੇ, ਕੁਝ ਕਹਿੰਦੇ ਨੇ ਕਿ ਇੱਕੋ ਹੀ ਲੇਡੀ ਦੇ 3 ਨਾਮ ਨੇ। ਪਰ ਕੁਝ ਵਿਦਵਾਨ ਮਾਤਾ ਜੀਤੋ ਜੀ ਦਾ ਦੂਜਾ ਨਾਮ ਮਾਤਾ ਸੁੰਦਰੀ ਅਤੇ ਅੰਮ੍ਰਿਤ ਛਕਣ ਤੋਂ ਬਾਅਦ ਤੀਜਾ ਨਾਮ ਮਾਤਾ ਸਾਹਿਬ ਕੌਰ ਦੱਸਦੇ ਹਨ। ਤਾਂ ਕਹਿੰਦੇ ਇਸ ਬਾਰੇ ਕਾਫੀ ਮਤਭੇਦ ਨੇ। ਠੀਕ ਹੈ, ਮਤਲਬ ਤੁਸੀਂ ਆਨਸਰ ਕੀ ਟਿਕ ਕਰੋ ਪੇਪਰ ਦੇ ਅੰਦਰ, ਤੁਸੀਂ ਟਿਕ ਕਰੋਗੇ ਗੁਰੂ ਜੀ ਦੇ 3 ਵਾਈਫਸ ਨੇ। ਠੀਕ ਹੈ, ਆਪਾਂ ਨੇ ਪੇਪਰ ਪੁਆਇੰਟ ਆਫ ਵਿਊ ਸੋਚਣਾ ਹੈਗਾ ਇਸ ਚੀਜ਼ ਨੂੰ। ਤਾਂ ਗੁਰੂ ਜੀ 3 ਵਾਈਫ ਨੇ, ਨਾਮ ਕੀ ਨੇ? ਮਾਤਾ ਜੀਤੋ ਜੀ, ਮਾਤਾ ਸੁੰਦਰੀ ਤੇ ਮਾਤਾ ਸਾਹਿਬ ਕੌਰ ਨੇ। ਤੇ ਗੁਰੂ ਜੀ ਦੇ 4 ਬੱਚੇ ਸੀਗੇ, 4 ਸਪੁੱਤਰ ਸੀਗੇ। ਕੀ ਨਾਮ ਨੇਗੇ ਉਹਨਾਂ ਨੂੰ? ਕੀ ਕਹਿੰਦੇ ਆਪਾਂ? ਸਾਹਿਬਜ਼ਾਦੇ ਕਿਹਾ ਜਾਂਦਾ ਹੈਗਾ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ, ਬਾਬਾ ਜੋਰਾਵਰ, ਬਾਬਾ ਫਤਿਹ ਸਿੰਘ।
ਹੁਣ ਦੇਖੋ 4 ਸਾਹਿਬਜ਼ਾਦੇ ਕੌਣ ਸੀਗੇ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਸੀਗੇ ਤੇ ਚਾਰਾਂ ਬੱਚਿਆਂ ਦੀ ਜਿਹੜੇ ਜੋਤੀ ਜੋਤ ਸਮਾਏ ਸੀਗੇ 1704 ਈਸਵੀ ਦੇ ਵਿੱਚ। ਇਹ ਵੀ ਧਿਆਨ ਰੱਖਣਾ ਹੈਗਾ। ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਹੈਗਾ 1687 ਨੂੰ, ਬਾਬਾ ਜੁਝਾਰ ਸਿੰਘ ਦਾ 1689, ਬਾਬਾ ਜੋਰਾਵਰ ਸਿੰਘ ਦਾ 1696, ਬਾਬਾ ਫਤਿਹ ਸਿੰਘ ਦਾ 1698 ਦੇ ਅੰਦਰ। ਤਾਂ ਪਤਾ ਹੋਣਾ ਚਾਹੀਦਾ ਕਿਹੜੇ ਬੱਚੇ ਦਾ ਮਤਲਬ ਜਨਮ ਕਦੋਂ ਹੋਇਆ ਜਾਂ ਕੌਣ ਵੱਡਾ ਸੀ ਕੌਣ ਛੋਟਾ ਸੀ। ਤਾਂ ਤੁਹਾਨੂੰ ਲਾਈਨ ਦੇ ਅੰਦਰ ਪਤਾ ਹੋਣਾ ਚਾਹੀਦਾ ਪਹਿਲਾਂ ਬਾਬਾ ਅਜੀਤ ਸਿੰਘ, ਫਿਰ ਜੁਝਾਰ, ਫਿਰ ਜੋਰਾਵਰ, ਫਿਰ ਫਤਿਹ ਸਿੰਘ। ਠੀਕ ਹੈ, ਇਸ ਦੇ ਅਕੋਰਡਿੰਗ ਤੁਹਾਨੂੰ ਇਹ ਦੋ ਵੱਡੇ ਸਾਹਿਬਜ਼ਾਦੇ ਹੈਗੇ ਸੀ ਅਜੀਤ ਸਿੰਘ ਤੇ ਜੁਝਾਰ ਸਿੰਘ, ਤੇ ਛੋਟੇ ਸਾਹਿਬਜ਼ਾਦੇ ਹੈਗੇ ਸੀ ਗੁਰੂ ਜੀ ਦੇ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਫਿਰ ਆਂਦਾ ਹੈ ਸੈਨਾ ਦਾ ਸੰਗਠਨ। ਸਿੱਖ ਧਰਮ ਦੀ ਰੱਖਿਆ ਕਰਨ ਲਈ ਕਿਰਪਾਲ ਚੰਦ ਨੇ ਗੁਰੂ ਸਾਹਿਬ ਦੀ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸਮਝਿਆ। ਹੁਣ ਦੇਖੋ ਲੋਕਾਂ ਨਾਲ ਮਤਲਬ ਜੋ ਸੈਨਾ ਹੁੰਦੀ ਸੀ ਲੜਨਾ ਜ਼ਰੂਰੀ ਸੀਗਾ, ਤਾਂ ਲੜਨ ਦੇ ਲਈ ਸੈਨਾ ਦਾ ਹੋਣਾ ਜ਼ਰੂਰੀ ਸੀਗਾ। ਤਾਂ ਉਹਨਾਂ ਨੇ ਕੀ ਕੀਤਾ? ਸਿੱਖ ਧਰਮ ਨੂੰ ਬਚਾਉਣ ਦੇ ਲਈ, ਰੱਖਿਆ ਕਰਨ ਦੇ ਲਈ ਕਿਰਪਾਲ ਚੰਦ ਨੇ ਗੁਰੂ ਸਾਹਿਬ ਦੀ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸਮਝਿਆ। ਇਸ ਲਈ ਉਸਨੇ ਗੁਰੂ ਜੀ ਵੱਲੋਂ ਐਲਾਨ ਕਰ ਦਿੱਤਾ ਕਿ ਜਿਸ ਸਿੱਖ ਦੇ 4 ਪੁੱਤਰ ਨੇ ਉਹਨਾਂ ਵਿੱਚੋਂ 2 ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰਵਾਏ। ਸਿੱਖਾਂ ਨੂੰ ਇਹ ਵੀ ਹੁਕਮ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਉਹਨਾਂ ਨੂੰ ਘੋੜੇ ਅਤੇ ਸ਼ਸਤਰ ਭੇਂਟ ਕਰ, ਮਤਲਬ ਕੁਝ ਵੀ ਹੋਰ ਗਿਫਟ ਦੇਣ ਦੀ ਬਜਾਏ ਉਹ ਉਹਨਾਂ ਨੂੰ ਘੋੜੇ ਤੇ ਮਤਲਬ ਕੁਝ ਵੀ ਹਥਿਆਰ ਵਗੈਰਾ ਦੇ ਕੇ ਜਾਣ। ਸਿੱਟੇ ਵਜੋਂ ਛੇਤੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧ ਸਮੱਗਰੀ ਇਕੱਠੀ ਹੋ ਗਈ, ਮਤਲਬ ਕਾਫੀ ਕੁਝ ਗੁਰੂ ਜੀ ਦੇ ਕੋਲੇ ਇਕੱਠਾ ਹੋ ਗਿਆ ਸੀਗਾ। ਫਿਰ ਆਂਦਾ ਹੈਗਾ ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ। ਗੁਰੂ ਗੋਬਿੰਦ ਰਾਏ ਜੀ ਆਪਣੇ ਦਾਦਾ ਗੁਰੂ ਹਰਗੋਬਿੰਦ ਸਿੰਘ ਜੀ ਵਾਂਗ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ, ਮਤਲਬ ਜਿੱਦਾਂ ਦੀਆਂ ਆਪਾਂ ਕਹਿ ਸਕਦੇ ਨੇਚਰ ਗੁਰੂ ਹਰਗੋਬਿੰਦ ਸਿੰਘ ਜੀ ਦੀ ਸੀਗੀ ਉਦਾਂ ਹੀ ਮਤਲਬ ਨੇਚਰ ਗੁਰੂ ਗੋਬਿੰਦ ਸਿੰਘ ਜੀ ਸੀ ਐਜ਼ ਕੰਪੇਅਰ ਟੂ ਰਾਜਸੀ ਚਿੰਨ੍ਹ, ਮਤਲਬ ਰੋਇਲ ਸਿੰਬਲਸ ਦੇ ਰਿਲੇਟਡ ਗੱਲ ਕਰ ਰਹੇ ਹਾਂ। ਔਰ ਆਪਣੀ ਦਸਤਾਰ ਤੇ ਕਲਗੀ ਸਜਾਉਣ ਲੱਗੇ, ਉਹ ਰਾਜਗੱਦੀ ਵਾਂਗ ਉੱਚੇ ਆਸਨ ਤੇ ਵਿਰਾਜਮਾਨ ਹੁੰਦੇ, ਉਹ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿੱਚ ਲਾਉਣ ਲੱਗੇ। ਉਹਨਾਂ ਨੇ ਦਲੇਰ ਸਿੰਘ ਦੇ ਨਾਲ ਆਪਣੇ ਕੋਲੇ ਹਾਥੀ ਅਤੇ ਘੋੜੇ ਦਲੇਰ ਸਿੰਘਾਂ ਦੇ ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਰੱਖਣੇ ਸ਼ੁਰੂ ਕਰ ਦਿੱਤੇ। ਉਹ ਆਨੰਦਪੁਰ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਵੀ ਜਾਂਦੇ ਅਤੇ ਉੱਥੇ ਉਹਨਾਂ ਨੇ ਇੱਕ ਨਗਾਰਾ ਬਣਵਾਇਆ ਸੀ, ਉਹਦਾ ਨਾਮ ਕੀ ਸੀਗਾ? ਰਣਜੀਤ ਨਗਾਰਾ। ਇਹ ਵੀ ਧਿਆਨ ਰੱਖਣਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਬਣਵਾਇਆ ਸੀਗਾ? ਰਣਜੀਤ ਨਗਾਰਾ ਬਣਵਾਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ। ਨੈਕਸਟ ਆਂਦਾ ਹੈਗਾ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਕੰਮ ਕੀਤੇ ਸੀ, ਕਾਰਜ ਕੀਤੇ ਸੀ, ਐਕਟੀਵਿਟੀਜ਼ ਹੋਈਆਂ ਸੀਗੀਆਂ। ਅਨੰਦਪੁਰ ਸਾਹਿਬ ਵਿਚਲੀਆਂ ਗੁਰੂ ਗੋਬਿੰਦ ਰਾਏ ਦੀਆਂ ਕਾਰਵਾਈਆਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਹੀਂ ਸਨ ਲੱਗਦੀਆਂ। ਮਤਲਬ ਜੋ ਵੀ ਕੁਝ ਗੁਰੂ ਜੀ ਕਰਦੇ ਉੱਥੋਂ ਦਾ ਕਰਾਇਆ ਸੀਗਾ ਬਿਲਾਸਪੁਰ ਦਾ ਰਾਇਆ ਸੀਗਾ ਭੀਮ ਚੰਦ, ਉਹ ਗੁਰੂ ਜੀ ਨੂੰ ਪਸੰਦ ਨਹੀਂ ਮਤਲਬ ਉਹਦੀਆਂ ਜੋ ਗੁਰੂ ਜੀ ਦੀ ਐਕਟੀਵਿਟੀਜ਼ ਸੀਗੀਆਂ ਉਹ ਰਾਇਆ ਨੂੰ ਪਸੰਦ ਨਹੀਂ ਆਉਂਦੀਆਂ ਸੀਗੀਆਂ, ਤੇ ਇਸ ਲਈ ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਲੜਨਾ ਚਾਹੁੰਦਾ ਸੀਗਾ। ਪਰ ਗੁਰੂ ਜੀ ਉਸ ਨਾਲ ਲੜ ਕੇ ਆਪਣੀ ਸੈਨਿਕ ਸ਼ਕਤੀ ਨਹੀਂ ਸੀ ਗਵਾਉਣਾ ਚਾਹੁੰਦੇ, ਇਸ ਲਈ ਉਹ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਹਨ ਰਾਜ ਵਿੱਚ ਚਲੇ ਗਏ। ਮਤਲਬ ਉਸ ਰਾਜੇ ਨੇ ਬੁਲਾਇਆ ਤਾਂ ਗੁਰੂ ਜੀ ਉੱਥੇ ਚਲੇ ਗਏ ਸੀ। ਨਾਹਨ ਰਾਜ ਦੇ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕੰਢੇ ਤੇ, ਇੰਪੋਰਟੈਂਟ ਹੈ, ਨਾਹਨ ਰਾਜ ਦੇ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕੰਢੇ ਤੇ ਗੁਰੂ ਸਾਹਿਬ ਨੇ ਇੱਕ ਸੁੰਦਰ ਇਕਾਂਤ ਥਾਂ ਚੁਣ ਲਈ। ਗੁਰੂ ਜੀ ਨੇ ਇੱਕ ਪਲੇਸ ਚੁਣੀ ਸੀ, ਉਹਦਾ ਨਾਮ ਕੀ ਸੀਗਾ? ਪੌਂਟਾ ਰੱਖਿਆ। ਪੌਂਟਾ ਦਾ ਮੀਨਿੰਗ ਕੀ ਹੁੰਦਾ ਹੈਗਾ? ਪੈਰ ਰੱਖਣ ਦੀ ਥਾਂ। ਇਹ ਕੁਐਸਚਨ ਆਇਆ ਹੋਇਆ ਐਗਜ਼ਾਮ ਦੇ ਅੰਦਰ, ਪੌਂਟਾ ਦਾ ਕੀ ਮੀਨਿੰਗ ਹੈਗਾ? ਪੈਰ ਰੱਖਣ ਦੀ ਥਾਂ। ਗੁਰੂ ਜੀ ਨੇ ਇੱਥੇ 52 ਕਵੀ ਵੀ ਰੱਖੇ ਸੀਗੇ। ਇੱਥੇ ਕਵੀਆਂ ਅਤੇ ਗੁਰੂ ਜੀ ਨੇ ਆਪਣੀ ਸਾਹਿਤਿਕ ਰਚਨਾਵਾਂ ਰਚ ਕੇ ਸਾਹਿਤ ਵਿੱਚ ਢੇਰ ਸਾਰਾ ਵਾਧਾ ਕੀਤਾ। ਮਤਲਬ ਗੁਰੂ ਜੀ ਨੇ ਕਾਫੀ ਸਾਰਾ ਕੁਝ ਲਿਖਿਆ ਸੀਗਾ ਤੇ ਕਾਫੀ ਸਾਰਾ ਗੁਰੂ ਜੀ ਦੀ ਕਲੈਕਸ਼ਨ ਹੋ ਗਈ ਸੀ ਰਚਨਾਵਾਂ ਦੀ। ਆਪਣੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਲਈ ਉਹਨਾਂ ਨੇ ਰਾਮਾਇਣ ਅਤੇ ਮਹਾਭਾਰਤ ਦੇ ਅਨੁਵਾਦ ਵੀ ਕਰਵਾਏ। ਉਹਨਾਂ ਨੇ ਆਪਣੇ ਸਿੱਖਾਂ ਨੂੰ ਘੋੜਸਵਾਰੀ, ਤੀਰ ਕਮਾਨ ਚਲਾਉਣਾ ਅਤੇ ਤਲਵਾਰ ਦੀ ਵਰਤੋਂ ਕਰਨ ਦੀ ਵੀ ਸਿੱਖਿਆ ਦਿੱਤੀ। ਫਿਰ ਅੰਦਰ ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ 500 ਪਠਾਨਾਂ ਦੀ ਫੌਜ ਵੀ ਆਪਣੀ ਸੈਨਾ ਦੇ ਵਿੱਚ ਮਿਲਾ ਲਈ। ਇੱਕ ਕੁਐਸਚਨ ਕੀ ਬਣਦਾ ਹੈਗਾ ਵੀ ਜਿਹੜਾ ਪੀਰ ਬੁੱਧੂ ਸ਼ਾਹ ਕਿਹੜੇ ਗੁਰੂ ਦੇ ਸਮਕਾਲੀ ਸੀਗੇ, ਮਤਲਬ ਕਿਹੜੇ ਗੁਰੂ ਦੇ ਨਾਲ ਉਹਨਾਂ ਦਾ ਟਾਈਮ ਪੀਰੀਅਡ ਸੀਗਾ? ਉਹ ਹੈਗੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ। ਇਹ ਵੀ ਧਿਆਨ ਰੱਖਣਾ ਹੈ ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ 500 ਪਠਾਨਾਂ ਦੀ ਫੌਜ ਨੂੰ ਵੀ ਆਪਣੀ ਸੈਨਾ ਦੇ ਵਿੱਚ ਮਿਲਾ ਲਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ। ਹੁਣ ਦੇਖੋ ਮੈਂ ਤੁਹਾਨੂੰ ਦੱਸ ਦਿੱਤਾ, ਵੈਸੇ ਤਾਂ ਗੁਰੂ ਜੀ ਨੇ ਸ਼ਿਫਟ ਕੀਤਾ ਸੀਗਾ ਆਨੰਦਪੁਰ ਟੂ ਨਾਹਨ ਹਿਲਸ, ਮਤਲਬ ਨਾਹਨ ਰਾਜ ਦੇ ਪ੍ਰਦੇਸ਼ ਦੇ ਵਿੱਚ ਕਿਹੜੀ ਨਦੀ ਦੇ ਕਿਨਾਰੇ ਹੈ? ਜਮਨਾ ਨਦੀ ਦੇ ਕਿਨਾਰੇ ਤੇ ਹੈਗਾ। ਕਿਹੜਾ ਨਗਰ ਵਸਾਇਆ ਸੀ ਗੁਰੂ ਜੀ ਨੇ? ਪੌਂਟਾ ਰੱਖਿਆ ਸੀਗਾ ਨਾਮ। ਉਹਦਾ ਮਤਲਬ ਕੀ ਹੁੰਦਾ ਹੈਗਾ? ਪੈਰ ਰੱਖਣ ਦੀ ਥਾਂ। ਹੂ ਡਿਡ ਐਸਟੈਬਲਿਸ਼ ਆ ਪੌਂਟਾ ਸਾਹਿਬ? ਸਥਾਪਨਾ ਕਿਹਨੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ। ਤੇ ਫਾਊਂਡ ਗੁਰੂ ਜੀ ਨੇ ਕੀ ਕੁਝ ਕੀਤਾ ਸੀਗਾ? ਪੌਂਟਾ ਸਾਹਿਬ ਫਾਈਂਡ ਕੀਤਾ ਗੁਰੂ ਜੀ ਨੇ, ਦਮਦਮਾ ਸਾਹਿਬ ਫਾਈਂਡ ਕੀਤਾ ਗੁਰੂ ਜੀ ਨੇ, ਤੇ ਮੁਕਤਸਰ ਜਿਹਨੂੰ ਆਪਾਂ ਬੋਲਦੇ ਹਾਂ ਖਿਦਾਣੇ ਦੀ ਢਾਬ ਦਾ ਨਾਮ ਕੀ ਸੀਗਾ? ਮੁਕਤਸਰ ਰੱਖਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ। ਤਾਂ ਧਿਆਨ ਰੱਖਣਾ ਹੈ 3-4 ਚੀਜ਼ਾਂ ਗੁਰੂ ਜੀ ਨੇ ਫਾਊਂਡ ਕੀਤੀਆਂ ਨੇ, ਪੌਂਟਾ ਸਾਹਿਬ, ਦਮਦਮਾ ਸਾਹਿਬ ਤੇ ਮੁਕਤਸਰ।
ਨੈਕਸਟ ਆਂਦਾ ਹੈਗਾ ਗੁਰੂ ਜੀ ਦਾ ਜੋਤੀ ਜੋਤ ਸਮਾਉਣਾ, ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਸਤੰਬਰ 1708 ਈਸਵੀ ਵਿੱਚ ਨੰਦੇੜ ਦੱਖਣ ਪਹੁੰਚੇ ਔਰ ਉਹਨਾਂ ਨੇ ਮਾਧੋ ਦਾਸ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ। ਮਤਲਬ ਗੁਰੂ ਜੀ ਕਿੱਥੇ ਚਲੇ ਗਏ ਸੀ ਕਿ ਨੰਦੇੜ, ਕਿੱਥੇ ਆਂਦਾ ਹੈਗਾ ਮਹਾਰਾਸ਼ਟਰ ਦੇ ਵਿੱਚ ਆਂਦਾ ਹੈਗਾ, ਦੱਖਣ ਸਾਈਡ ਤੇ ਆਪਣੇ ਇੰਡੀਆ ਦੇ ਦੱਖਣ ਵਾਲੇ ਸਾਈਡ ਆਂਦਾ ਹੈਗਾ। ਉਹਨਾਂ ਨੇ ਮਾਧੋ ਦਾਸ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਭੇਜਿਆ। ਮਤਲਬ ਬੰਦਾ ਬਹਾਦਰ ਦਾ ਨਾਮ ਕੀ ਸੀਗਾ? ਮਾਧੋ ਦਾਸ। ਉਹਨੂੰ ਭੇਜਿਆ ਸੀਗਾ ਅਗਲੀ ਕਾਰਵਾਈ ਕਰਨ ਦੇ ਲਈ ਪੰਜਾਬ ਦੇ ਵਿੱਚ, ਠੀਕ ਹੈ। ਹੋਮ ਡਿਡ ਗੁਰੂ ਗੋਬਿੰਦ ਸਿੰਘ ਅਸਾਈਨ ਹਿਸ ਪੋਲੀਟੀਕਲ ਲੀਡਰ, ਗੁਰੂ ਜੀ ਨੇ ਕਿਹਨੂੰ ਸਾਈਨ ਕੀਤਾ ਸੀ ਪੋਲੀਟੀਕਲ ਲੀਡਰ ਦੇ ਲਈ? ਬੰਦਾ ਬਹਾਦਰ ਨੂੰ। ਗੁਰੂ ਜੀ ਕਨਵਰਟਡ ਦਾ ਮਾਧੋ ਦਾਸ ਨੂੰ ਬੰਦਾ ਬਹਾਦਰ ਬਣਾਇਆ ਸੀਗਾ। ਬੰਦਾ ਬਹਾਦਰ ਨਾਮ ਮਤਲਬ ਮਾਧੋ ਦਾਸ ਜੇਗਾ, ਇਹਨੂੰ ਸਿੱਖੀਜ਼ਮ ਦੇ ਵਿੱਚ ਕਨਵਰਟ ਕੀਤਾ ਸੀ ਗੁਰੂ ਜੀ ਨੇ। ਕਿੱਥੇ? ਨੰਦੇੜ ਮਹਾਰਾਸ਼ਟਰ ਦੇ ਅੰਦਰ ਕਨਵਰਟ ਕੀਤਾ ਸੀਗਾ ਬੰਦਾ ਬਹਾਦਰ ਨੂੰ। ਫਿਰ ਆਂਦਾ ਹੈਗਾ ਸਰਹੰਦ ਦੇ ਫੌਜਦਾਰ ਨੇ ਦੋ ਪਠਾਨਾਂ ਨੂੰ ਗੁਰੂ ਸਾਹਿਬ ਦੀ ਹੱਤਿਆ ਕਰਨ ਦੇ ਲਈ ਨੰਦੇੜ ਭੇਜਿਆ ਸੀਗਾ। ਹੁਣ ਇੱਕ ਸਰਹੰਦ ਦਾ ਫੌਜਦਾਰ ਕੌਣ ਸੀਗਾ? ਵਜ਼ੀਰ ਖਾਨ ਨੇ ਦੋ ਪਠਾਨਾਂ ਨੂੰ ਭੇਜਿਆ ਸੀਗਾ ਗੁਰੂ ਜੀ ਨੂੰ ਮਤਲਬ ਮਾਰਨ ਦੇ ਲਈ। ਉਹ ਕਦੇ ਕਦੇ ਗੁਰੂ ਜੀ ਦਰਬਾਰ ਵਿੱਚ ਵੀ ਜਾਂਦੇ ਸੀਗੇ। ਇੱਕ ਦਿਨ ਸ਼ਾਮ ਨੂੰ ਉਹਨਾਂ ਵਿੱਚੋਂ ਇੱਕ ਪਠਾਨ ਨੂੰ ਉਚਿਤ ਮੌਕਾ ਮਿਲ ਗਿਆ। ਇੱਕ ਪਠਾਨ ਨੂੰ ਮਤਲਬ ਉਸ ਟਾਈਮ ਤੇ ਨੂੰ ਮਿਲ ਗਿਆ ਵੀ ਹਾਂ ਮੈਂ ਹੁਣ ਇਹ ਕਤਲ ਕਰ ਸਕਦਾ ਗੁਰੂ ਜੀ ਦਾ। ਉਸ ਵੇਲੇ ਗੁਰੂ ਜੀ ਦਾ ਨਿੱਜੀ ਸੇਵਕ ਸੋ ਰਿਹਾ ਸੀਗਾ। ਜਦੋਂ ਗੁਰੂ ਜੀ ਸੋ ਰਹੇ ਸੀ ਤਾਂ ਉਸ ਪਠਾਨ ਨੇ ਮੌਕਾ ਦੇਖ ਕੇ ਗੁਰੂ ਜੀ ਦੇ ਢਿੱਡ ਵਿੱਚ ਛੁਰਾ ਖੋਭ ਦਿੱਤਾ। ਗੁਰੂ ਜੀ ਨੂੰ ਸਟੈਬ ਕਰਤਾ ਉਹਨੇ, ਠੀਕ ਹੈ, ਛੁਰਾ ਚਬੋਤਾ। ਤਾਂ ਇੱਕ ਵਾਰ ਤਾਂ ਇਹ ਜ਼ਖਮ ਠੀਕ ਹੋ ਗਿਆ ਸੀਗਾ, ਬਾਅਦ ਵਿੱਚ ਕਮਾਨ ਦਾ ਚਿੱਲਾ ਚੜਾਉਣ ਸਮੇਂ ਇਹ ਜ਼ਖਮ ਫਿਰ ਵਿਗੜ ਗਿਆ ਸੀ। ਮਤਲਬ ਫਿਰ ਉਹ ਜ਼ਖਮ ਫਿਰ ਉੱਠ ਖੜਿਆ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਤਾਂ ਗੁਰੂ ਜੀ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ। ਹੁਣ ਦੇਖੋ ਜਿਹੜੇ ਦੋ ਪਠਾਨ ਸੀਗੇ ਇਹਨਾਂ ਦੇ ਰਿਲੇਟਡ ਕੁਐਸਚਨ ਕੀ ਬਣਦੇ ਨੇਗੇ। ਵਜ਼ੀਰ ਖਾਨ ਸੈਂਟ ਟੂ ਪਠਾਨ, ਦੋ ਪਠਾਨ ਕਿਹੜੇ ਕਿਹੜੇ ਸੀਗੇ? ਜਮਸ਼ੇਦ ਖਾਨ ਤੇ ਵਾਸ਼ਿਲ ਬੇਗ ਸੀਗੇ। ਇਹਨੂੰ ਭੇਜਿਆ ਸੀਗਾ ਗੁਰੂ ਸਾਹਿਬ ਨੂੰ ਮਾਰਨ ਦੇ ਲਈ। ਤਾਂ ਜਿਹੜਾ ਜਮਸ਼ੇਦ ਖਾਨ ਸੀਗਾ ਇਹਨੇ ਗੁਰੂ ਜੀ ਦੇ ਮਤਲਬ ਛੁਰਾ ਖਬੋਇਆ ਸੀਗਾ, ਠੀਕ ਹੈ। ਤੇ ਗੁਰੂ ਜੀ ਨੇ ਕੀ ਕੀਤਾ ਸੀ? ਇਹਨੂੰ ਮਾਰਤਾ ਸੀਗਾ ਉਸ ਟਾਈਮ ਹੀ। ਤੇ ਜਿਹੜਾ ਬਾਕੀ ਦਾ ਦੂਜਾ ਭਰਾ ਸੀਗਾ ਵਾਸ਼ਿਲ ਬੇਗ, ਇਹਨੂੰ ਜਿਹੜਾ ਬਾਕੀ ਉੱਥੇ ਹੋਰ ਸਿੱਖ ਵੀ ਪਤਾ ਚੱਲ ਗਿਆ ਤਾਂ ਉਹਨਾਂ ਨੇ ਮਾਰਤਾ ਸੀਗਾ। ਵਾਸ਼ਿਲ ਬੇਗ ਨੂੰ ਮਾਰਿਆ ਸੀਗਾ ਬਾਕੀ ਸਿੱਖਾਂ ਨੇ। ਹੁਣ ਦੇਖੋ ਤੁਹਾਨੂੰ ਇੱਕ ਡਾਊਟ ਇਹ ਵੀ ਹੋਏਗਾ ਵੀ ਜਿਹੜਾ ਜਮਸ਼ੇਦ ਖਾਨ ਦਾ ਹੀ ਇੱਕ ਨਾਮ ਕੀ ਹੈਗਾ? ਗੁਲ ਖਾਨ ਹੈਗਾ। ਮਤਲਬ ਜਿੱਦਾਂ ਆਪਾਂ ਇੱਕ ਬੋਲਦੇ ਨੇ ਇੱਕ ਪਰਸਨ ਦੇ ਦੋ ਨਾਮ ਹੁੰਦੇ ਨੇ, ਤਾਂ ਜਮਸ਼ੇਦ ਖਾਨ ਦਾ ਨਾਮ ਹੈ ਗੁਲ ਖਾਨ। ਤੁਹਾਨੂੰ ਆਪਸ਼ਨ ਦੇ ਅੰਦਰ ਇਹ ਵੀ ਮਿਲ ਸਕਦਾ ਹੈਗਾ। ਵਾਸ਼ਿਲ ਬੇਗ ਦਾ ਨਾਮ ਹੈਗਾ ਅਤੁੱਲਾ ਖਾਨ, ਤੇ ਇਸੇ ਦਾ ਧਿਆਨ ਰੱਖਣਾ ਹੈਗਾ ਤੁਸੀਂ। ਅਤੁੱਲਾ ਖਾਨ ਵਾਸ਼ਿਲ ਬੇਗ ਦਾ ਇਹ ਨਾਮ ਹੈਗਾ। ਆਪਸ਼ਨ ਦੇ ਅੰਦਰ ਕੁਝ ਵੀ ਮਿਲ ਸਕਦਾ ਹੈ, ਜਮਸ਼ੇਦ ਖਾਨ ਵੀ ਮਿਲ ਸਕਦਾ ਹੈਗਾ, ਗੁਲ ਖਾਨ ਵੀ ਮਿਲ ਸਕਦਾ ਵੀ ਗੁਰੂ ਜੀ ਨੂੰ ਕਿਹਨੇ ਸਟੈਬ ਕੀਤਾ ਸੀਗਾ? ਗੁਲ ਖਾਨ ਨੇ ਜਾਂ ਜਮਸ਼ੇਦ ਖਾਨ ਨੇ, ਸੇਮ ਮੀਨਿੰਗ ਹੈਗਾ, ਠੀਕ ਹੈ। ਕੁਛ ਵੀ ਟਿੱਕਾ ਦੇਣਾ ਤੁਸੀਂ। At which river bank did Guru Gobind Singh Ji spent the last 1.5 or 2 months of his life? मतलब गुरु जी का जो लास्ट वाला टाइम पीरियड सीगा, लास्ट वाले 2 महीने 1.5 महीना जो भी टाइम सी गुरु जी का, वो गुरु जी ने कित्थे बतीत किया सीगा? गोदावरी नदी के किनारे ते। गुरु जी कित्थे सीगे? नंदेड़ महाराष्ट्र दे विच, उत्थे ही नदी बहंदी है वाली गोदावरी। तो गुरु जी ने अपनी लाइफ उत्थे स्पेंड की सी गोदावरी दे अंदर, गोदावरी रिवर के किनारे अंदर नहीं, ठीक है। फिर आंदा है खालसा दा जन्म, बर्थ ऑफ द खालसा। फिर गुरु जी की करते हैं? 5 प्यारिਆਂ ਦੀ ਚੋਣ ਕਰਦੇ ਨੇ, ਸਿਲੈਕਸ਼ਨ ਆਫ 5 ਬਿਲਵਡ ਵਨਸ। 1699 ਦੇ ਵਿੱਚ ਵਿਸਾਖੀ ਵਾਲੇ ਦਿਨ ਇੰਪੋਰਟੈਂਟ ਹੈਗਾ। 1699 ਈਸਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਅੰਦਰ ਤਿੰਨ ਗੱਲਾਂ ਨੇ। 1699 ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਭਾ ਬੁਲਾਈ। उस सभा की गिनती लगभग कितनी सी? 80,000 सी। जदों सारे लोग आपो अपने स्थानां उत्ते बैठ गए, सॉरी, गुरु जी ने म्यान विचों तलवार कढ के जोरदार शब्दां दे विच कहा, तुहाडे विचों कोई अजिहा व्यक्ति है जो धर्म लई अपने सीस दे सके? तां गुरु जी ने यह शब्द 3 बार दोहराए सी। तीजी बार कहण ते लाहौर निवासी दयाराम खत्तरी ने उठ के गुरु जी अगे अपना सीस झुका दिता ਤੇ ਉਹਨੂੰ ਨੇੜੇ ਦੇ ਇੱਕ ਤੰਬੂ ਦੇ ਵਿੱਚ ਲੈ ਗਏ। ਫਿਰ ਉਹ ਤੰਬੂ ਤੋਂ ਬਾਹਰ ਆਏ, ਉਹਨਾਂ ਨੇ ਆਪਣਾ ਪਹਿਲਾਂ ਵਾਂਗ ਇੱਕ ਹੋਰ ਵਿਅਕਤੀ ਦੀ ਸਿਰ ਮੰਗਿਆ। ਤਾਂ ਫਿਰ ਅਗਲੀ ਵਾਰ ਕੌਣ ਖੜਾ ਹੋ ਗਿਆ? ਦਿੱਲੀ ਦਾ ਧਰਮਦਾਸ ਜੱਟ ਆਪਣਾ ਸੀਸ ਭੇਟ ਕਰਨ ਲਈ ਅੱਗੇ ਆਇਆ। ਫਿਰ ਗੁਰੂ ਜੀ ਤੰਬੂ ਦੇ ਵਿੱਚ ਲੈ ਗਏ। ਇਸੇ ਤਰ੍ਹਾਂ ਵਾਰੀ-ਵਾਰੀ ਗੁਰੂ ਜੀ ਨੇ 5 ਸਿਰਾਂ ਦੀ ਮੰਗ ਕੀਤੀ ਸੀਗੀ। ਤਾਂ 5 ਵਿਅਕਤੀ ਕੌਣ ਸੀਗੇ? ਭਾਈ ਦਇਆਰਾਮ, ਭਾਈ ਧਰਮਦਾਸ, ਭਾਈ ਮੋਕਮ ਚੰਦ, ਭਾਈ ਸਾਹਿਬ ਚੰਦ, ਭਾਈ ਹਿੰਮਤ ਰਾਏ ਨੇ ਆਪਣੇ ਸੀਸ ਭੇਂਟ ਕੀਤੇ। ਕੁਝ ਸਮੇਂ ਬਾਅਦ ਗੁਰੂ ਜੀ ਉਹਨਾਂ ਨੂੰ 5 ਵਿਅਕਤੀਆਂ ਨੂੰ ਕੇਸਰੀ ਰੰਗ ਦੇ ਸੁੰਦਰ ਵਸਤਰ ਪਹਿਨਾ ਕੇ ਲੋਕਾਂ ਦੇ ਵਿੱਚ ਲੈ ਆਏ ਗੁਰੂ ਜੀ। ਉਸ ਵੇਲੇ ਗੁਰੂ ਜੀ ਨੇ ਆਪ ਵੀ ਉਹੋ ਜਿਹੇ ਹੀ ਵਸਤਰ ਪਹਿਨੇ ਹੋਏ ਸੀ। ਲੋਕ ਉਹਨਾਂ ਨੂੰ 5 ਵਿਅਕਤੀਆਂ ਨੂੰ ਦੇਖ ਕੇ ਬੜੇ ਹੈਰਾਨ ਹੋਏ। ਗੁਰੂ ਸਾਹਿਬ ਨੇ ਉਹਨਾਂ ਨੂੰ 5 ਪਿਆਰਿਆਂ ਦੀ ਸਮੂਹਿਕ ਉਪਾਧੀ ਦਿੱਤੀ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਜਦੋਂ ਸਾਜਨਾ ਹੋਈ ਸੀਗੀ।
ਫਿਰ ਆਂਦਾ ਗਾ ਪੰਜ ਜਿਹੜੇ ਪਿਆਰੇ ਸੀਗੇ ਉਹ ਕਿੱਥੋਂ ਸੀਗੇ, ਕੀ ਕੰਮ ਕਰਦੇ ਸੀਗੇ, ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਸੀ। ਪੰਜ ਦੇ ਵਿੱਚ ਦੋ ਦੀ ਸ਼ਹੀਦੀ ਹੋਈ ਸੀਗੀ ਦਇਆ ਰਾਮ ਤੇ ਧਰਮਦਾਸ ਦੀ ਨੰਦੇੜ ਦੇ ਅੰਦਰ, ਬਾਕੀ ਤਿੰਨ ਦੀ ਸ਼ਹੀਦੀ ਹੁੰਦੀ ਹੈਗੀ ਚਮਕੌਰ ਦੇ ਅੰਦਰ, ਮੁਹਕਮ ਚੰਦ, ਸਾਹਿਬ ਚੰਦ ਤੇ ਹਿੰਮਤ ਰਾਏ ਦੀ। ਤੇ ਇਹਨਾਂ ਦਾ ਨਾਮ ਕੀ ਸੀਗਾ, ਓਰੀਜਨਲ ਨੇਮ ਸੀਗਾ ਦਇਆ ਰਾਮ। ਜਦੋਂ ਮਤਲਬ ਗੁਰੂ ਜੀ ਨੇ ਅੰਮ੍ਰਿਤ ਛਕਾਤਾ ਤਾਂ ਨਾਮ ਕੀ ਬਣ ਗਿਆ ਸੀਗਾ, ਭਾਈ ਦਇਆ ਸਿੰਘ ਜੀ। ਕਿੱਥੋਂ ਸੀ ਇਹ, ਲਾਹੌਰ। ਕੰਮ ਕੀ ਸੀ, ਉਹ ਸ਼ੌਪਕੀਪਰ ਸੀ, ਸ਼ਹੀਦੀ ਹੋਈ ਹੈ ਨੰਦੇੜ। ਫਿਰ ਧਰਮਦਾਸ ਹੈਗੇ ਸੀਗੇ ਭਾਈ ਧਰਮਦਾਸ ਜੀ ਬਣ ਗਏ, ਦਿੱਲੀ ਤੋਂ ਸੀਗੇ, ਕੰਮ ਕੀ ਕਰਦੇ ਸੀਗੇ, ਫਾਰਮਰ ਸੀ, ਕਿਸਾਨ ਸੀਗੇ, ਨੰਦੇੜ ਤੋਂ ਉਹਨਾਂ ਦੀ ਸ਼ਹੀਦੀ, ਨੰਦੇੜ ਸ਼ਹੀਦੀ ਹੋਈ ਹੈ ਇਹਨਾਂ ਦੀ। ਫਿਰ ਆਂਦਾ ਮੁਹਕਮ ਚੰਦ, ਭਾਈ ਮੁਹਕਮ ਚੰਦ ਜੀ, ਇਹ ਹੈਗੇ ਸੀ ਗੁਜਰਾਤ ਦੇ ਦਵਾਰਕਾ ਤੋਂ, ਇੱਕ ਕੈਲੀਕੋ ਪ੍ਰਿੰਟਰ ਤੇ ਟੇਲਰ ਸੀਗੇ, ਸ਼ਹੀਦੀ ਹੋਈ ਇਹਨਾਂ ਦੀ ਚਮਕੌਰ ਦੇ ਵਿੱਚ। ਸਾਹਿਬ ਚੰਦ, ਭਾਈ ਸਾਹਿਬ ਚੰਦ ਜੀ, ਬਿਦਰ ਕਰਨਾਟਕਾ ਦੇ ਵਿੱਚ ਹੈਗਾ ਪਲੇਸ ਬਿਦਰ, ਉੱਥੋਂ ਤੋਂ ਸੀ ਇਹ ਹੈਗੇ ਸੀਗੇ ਬਾਰਬਰ, ਮਤਲਬ ਨਾਈ ਸੀਗੇ, ਬੀ ਫੋਰ ਬਾਰਬਰ, ਬੀ ਫੋਰ ਬਿਦਰ, ਤੋਂ ਧਿਆਨ ਰੱਖਣਾ, ਠੀਕ ਹੈ। ਇਹਨਾਂ ਦੀ ਸ਼ਹੀਦੀ ਹੋਈ ਹੈਗੀ ਚਮਕੌਰ ਦੇ ਅੰਦਰ। ਫਿਰ ਆਂਦਾ ਹਿੰਮਤ ਰਾਏ, ਭਾਈ ਹਿੰਮਤ ਰਾਏ ਜੀ, ਜਗਨਨਾਥਪੁਰੀ ਉੜੀਸਾ ਦੇ ਉਹ ਹੈਗੇ ਸੀ ਬੇਸਿਕਲੀ, ਇਹ ਹੈਗੇ ਸੀ ਵਾਟਰ ਕਰੀਅਰ ਦਾ ਕੰਮ ਕਰਦੇ ਸੀਗੇ, ਤੇ ਸ਼ਹੀਦੀ ਕਿੱਥੇ ਹੋਈ ਇਹਨਾਂ ਦੀ ਚਮਕੌਰ ਦੇ ਵਿੱਚ, ਇਹਨਾਂ ਦੀ ਸ਼ਹੀਦੀ ਹੋਈ ਹੈ। ਹੁਣ ਜਿਹੜੇ ਪੰਜ ਪਿਆਰੇ ਨੇ, ਇਹਨਾਂ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਜਿਹੜੇ ਪਿਆਰੇ ਸੀਗੇ ਉਹ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਸੀ, ਸ਼ੁੱਧ ਜਾਤੀ ਨਾਲ ਸੰਬੰਧ ਰੱਖਦੇ ਸੀਗੇ ਤਿੰਨ ਪਿਆਰੇ। ਇਹ ਵੀ ਧਿਆਨ ਰੱਖਣਾ ਹੈਗਾ, ਪੰਜ ਦੇ ਵਿੱਚੋਂ ਤਿੰਨ ਨੇ ਜਿਹੜੇ ਸ਼ੁੱਧ ਜਾਤੀ ਨਾਲ ਸੰਬੰਧ ਰੱਖਦੇ ਸੀਗੇ। ਏਦਾਂ ਦੇ ਮਤਲਬ ਦੇਖਿਆ ਹੋਏਗਾ ਨਗਰ ਕੀਰਤਨ ਨਿਕਲਦਾ ਹੈਗਾ, ਠੀਕ ਹੈ। ਇਹਨਾਂ ਨੂੰ ਬੋਲਿਆ ਜਾਂਦਾ ਪੰਜ ਪਿਆਰੇ। ਫਿਰ ਆਂਦਾ ਖੰਡੇ ਦੀ ਪਾਹੁਲ। ਉਪਰੋਕਤ ਘਟਨਾ ਤੋਂ ਬਾਅਦ ਗੁਰੂ ਜੀ ਨੇ ਲੋਹੇ ਦੇ ਬਾਟੇ ਵਿੱਚ ਸਾਫ਼ ਪਾਣੀ ਅਤੇ ਪਤਾਸ਼ੇ ਪਾ ਕੇ ਖੰਡੇ ਨਾਲ ਹਿਲਾਉਣਾ ਸ਼ੁਰੂ ਕਰ ਦਿੱਤਾ। ਉਹ ਖੰਡੇ ਦੇ ਹਿਲਾਉਣ ਦੇ ਨਾਲ ਨਾਲ ਜਪਜੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਸਵਈ ਤੇ ਚੁਪਈ ਦਾ ਪਾਠ ਵੀ ਕਰਦੇ ਗਏ। ਮਤਲਬ ਇਸ ਤਰ੍ਹਾਂ ਉਹਨਾਂ ਨੇ ਕੀ ਕੀਤਾ ਹੈਗਾ, ਅੰਮ੍ਰਿਤ ਕੀਤਾ, ਇਸ ਪ੍ਰਕਾਰ ਤਿਆਰ ਕੀਤਾ ਗਿਆ ਅੰਮ੍ਰਿਤ ਉਸ ਬਾਟੇ ਵਿੱਚੋਂ ਵਾਰੀ-ਵਾਰੀ ਪੰਜਾਂ ਪਿਆਰਿਆਂ ਨੂੰ ਛਕਾ ਦਿੱਤਾ ਗਿਆ। ਮਤਲਬ ਉਹਨਾਂ ਨੇ ਪੀ ਲਿਆ, ਠੀਕ ਹੈ। ਉਹਨਾਂ ਪੰਜਾਂ ਪਿਆਰਿਆਂ ਨੂੰ ਖਾਲਸਾ ਦਾ ਨਾਂ ਦਿੱਤਾ। ਉਹਨਾਂ ਸਭਨਾਂ ਨੂੰ ਆਪਣੇ ਨਾਂ ਦੇ ਨਾਲ ਸਿੰਘ ਲਗਾਉਣ ਦੇ ਲਈ ਵੀ ਕਿਹਾ। ਗੁਰੂ ਸਾਹਿਬ ਨੇ ਆਪ ਵੀ ਉਹਨਾਂ ਪੰਜ ਪਿਆਰਿਆਂ ਦੇ ਹੱਥੋਂ ਅੰਮ੍ਰਿਤ ਛਕਿਆ ਤੇ ਆਪ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਮਤਲਬ ਪੰਜ ਜਿਹੜੇ ਆ ਪਾਠ ਕਿਹੜੇ ਕਿਹੜੇ ਨੇਗੇ, ਇਹ ਦੇਖੋ, ਜਪਜੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਸਵਈ ਤੇ ਚੁਪਈ ਦਾ ਪਾਠ ਵੀ ਕੀਤਾ। ਮਤਲਬ ਜਦੋਂ ਮਤਲਬ ਅੰਮ੍ਰਿਤ ਆਪਾਂ ਬੋਲਦੇ ਅੰਮ੍ਰਿਤ ਛਕਣਾ ਹੈਗਾ, ਉਸ ਤੋਂ ਬਾਅਦ ਅੰਮ੍ਰਿਤ ਬਣੂਗਾ ਤਾਂ ਇਹ ਪੰਜ ਬਾਣੀਆਂ ਦਾ ਪਾਠ ਮਤਲਬ ਪੜਿਆ ਜਾਂਦਾ ਹੈਗਾ। ਧਿਆਨ ਰੱਖਣਾ ਹੈਗਾ ਇਸ ਚੀਜ਼ ਦਾ। ਜਿਹੜਾ ਪਰਸਨ ਅੰਮ੍ਰਿਤ ਛਕ ਲੈਂਦਾ ਹੈਗਾ ਤਾਂ ਕੁਝ ਨਿਯਮ ਨੇ, ਖਾਲਸਾ ਦੇ ਸਿਧਾਂਤ ਨੇ, ਉਹਨਾਂ ਨੂੰ ਇਸ ਦੀ ਪਾਲਣਾ ਕਰਨਾ ਜ਼ਰੂਰੀ ਹੈਗਾ। ਇਹ ਕਾਫੀ ਸਾਰੇ ਪੁਆਇੰਟ ਤੁਹਾਨੂੰ ਆਈਡੀਆ ਹੋਣਾ ਇਹਦਾ ਚਾਹੀਦਾ ਹੈਗਾ। ਖਾਲਸਾ ਵਿੱਚ ਪ੍ਰਵੇਸ਼ ਕਰਨ ਦੇ ਲਈ ਹਰ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਕ ਕਰਨਾ ਪਵੇਗਾ। ਇਸ ਤੋਂ ਪਿੱਛੋਂ ਆਪਣੇ ਆਪ ਨੂੰ ਖਾਲਸਾ ਅਖਵਾਏਗਾ। ਹਰ ਇੱਕ ਖਾਲਸਾ ਆਪਣੇ ਨਾਂ ਦੇ ਨਾਲ ਸਿੰਘ ਲਗਾਏਗਾ ਤੇ ਇਸਤਰੀ ਕੀ ਲਗਾਏਗੀ, ਕੌਰ ਲਗਾਏਗੀ। ਤੇ ਖਾਲਸਾ ਦੇ ਪੰਜ ਕਕਾਰ ਨੇ, ਪੰਜ ਕੱਕੇ ਸੀਗੇ, ਦੈਟ ਮੀਨਸ ਕੇਸ, ਕੰਗਾ, ਕੜਾ, ਕਛਹਿਰਾ ਤੇ ਕਿਰਪਾਨ। ਖਾਲਸਾ ਕੇਵਲ ਇੱਕ ਈਸ਼ਵਰ ਦੇ ਵਿੱਚ ਵਿਸ਼ਵਾਸ ਕਰੇਗਾ, ਉਹ ਕਿਸੇ ਦੇਵੀ ਦੇਵਤਾ ਤੇ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਕਰੇਗਾ। ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਕਿਹੜੀਆਂ, ਜਪਜੀ ਸਾਹਿਬ, ਜਾਪ ਸਾਹਿਬ, ਆਨੰਦ ਸਾਹਿਬ, ਸਵਈ ਤੇ ਚੁਪਈ ਦਾ ਪਾਠ ਕਰੇਗਾ। ਮਤਲਬ ਜਿੰਨਾ ਬਾਣੀਆਂ ਤੋਂ ਮਿਲਾ ਕੇ ਮਤਲਬ ਪੜ੍ਹ ਕੇ ਅੰਮ੍ਰਿਤ ਬਣਦਾ ਹੈਗਾ, ਉਸੇ ਬਾਣੀਆਂ ਨੂੰ ਪੜ੍ਹ ਕੇ ਸੁਬਾਹ ਉਹ ਮਤਲਬ ਪੜ੍ਹੇਗਾ ਤੇ ਆਪਣੇ ਦਿਨ ਦੀ ਸਟਾਰਟਿੰਗ ਕਰੇਗਾ। ਉਹ ਦਸਾਂ ਨੌਆਂ ਦੀ ਕਿਰਤ ਕਰੇਗਾ। ਉਹ ਆਪਣੀ ਨੇਕ ਕਮਾਈ ਦੇ ਵਿੱਚ ਧਾਰਮਿਕ ਕੰਮਾਂ ਦੇ ਲਈ ਦਸਵੰਧ ਵੀ ਕੱਢੇਗਾ। ਮਤਲਬ ਆਪਣੀ ਜਿੰਨੀ ਇਨਕਮ ਹੁੰਦੀ ਹੈ ਉਹਦਾ 10ਵਾਂ ਹਿੱਸਾ ਉਹ ਦਾਨ ਕਰੇਗਾ। ਉਹ ਜਾਤ ਪਾਤ ਅਤੇ ਊਚ ਨੀਚ ਦੇ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਰੱਖੇਗਾ। ਉਹ ਅਸਤਰ ਸ਼ਸਤਰ ਧਾਰਨ ਕਰੇਗਾ। ਉਹ ਧਰਮ ਯੁੱਧ ਲੜਨ ਲਈ ਹਮੇਸ਼ਾ ਤਿਆਰ ਰਹੇਗਾ। ਉਹ ਤੰਬਾਕੂ ਅਤੇ ਹੋਰ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਹੀਂ ਕਰੇਗਾ। ਉਹ ਹਲਾਲ ਮਾਸ ਵੀ ਨਹੀਂ ਖਾਏਗਾ। ਉਹ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ਅਤੇ ਨੈਤਿਕਤਾ ਦਾ ਪਾਲਣਾ ਕਰੇਗਾ। ਖਾਲਸਾ ਲੋਕ ਆਪਸ ਵਿੱਚ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗਜਾਉਣਗੇ। ਹੁਣ ਦੇਖੋ, ਸਿੰਘ ਸ਼ਬਦ ਦਾ ਮਤਲਬ ਕੀ ਹੁੰਦਾ ਹੈਗਾ, ਸ਼ੇਰ। ਕੌਰ ਸ਼ਬਦ ਦਾ ਮਤਲਬ ਹੁੰਦਾ ਹੈਗਾ ਸ਼ਹਿਜ਼ਾਦੀ। ਤੇ ਸਿੱਖ ਇੱਕ ਦੂਜੇ ਨੂੰ ਮਿਲਣ ਵੇਲੇ ਕੀ ਬੋਲਦੇ ਨੇਗੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦਾ ਜੈਕਾਰਾ ਕੀ ਹੈਗਾ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਹੁਣ ਦੇਖੋ, ਜਿੱਥੇ ਆਪਾਂ ਬੋਲ ਦਿਆਂਗੇ ਜਿੱਥੇ ਖਾਲਸਾ ਦਾ ਜਨਮ ਹੋਇਆ, ਬਰਥ ਪਲੇਸ ਆਫ ਖਾਲਸਾ ਕਿੱਥੇ ਹੋਇਆ ਹੈਗਾ, ਆਨੰਦਪੁਰ ਸਾਹਿਬ ਦੇ ਵਿੱਚ ਇੱਕ ਗੁਰਦੁਆਰਾ ਹੈਗਾ, ਕਿਹੜਾ, ਕੇਸ਼ਗੜ੍ਹ ਸਾਹਿਬ ਗੁਰਦੁਆਰਾ ਹੈਗਾ। ਉੱਥੇ ਖਾਲਸਾ ਪੰਥ ਦਾ ਖਾਲਸਾ ਦਾ ਬਰਥ ਪਲੇਸ ਹੈਗਾ ਇਹ। ਤੇ ਉੱਥੇ ਜਿਹੜਾ ਬਰਥ ਪਲੇਸ ਹੈਗਾ ਖਾਲਸਾ ਦਾ, ਉੱਥੇ ਪੰਜਾਂ ਜਿਹੜੇ ਆਪਣੇ ਪੰਜ ਪਿਆਰੇ ਨੇ, ਉਹਨਾਂ ਪੰਜਾਂ ਦੇ ਨਾਮ ਉਹਨੇ ਲਿਖੇ ਹੋਏ ਨੇ। ਦੇਖੋ ਇਮੇਜ ਦੇ ਅੰਦਰ ਭਾਈ ਦਇਆ, ਇਮੇਜ ਵੱਡੀ ਕੀਤੀ ਹੈ, ਠੀਕ ਹੈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੁਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਉੱਥੇ ਲਿਖਿਆ ਗਿਆ ਹੈਗਾ, ਠੀਕ ਹੈ। ਤੇ ਜਿਹੜਾ ਆਪਾਂ ਬੋਲਦੇ ਹਾਂ ਕਿ 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਦੇ ਵਿੱਚ ਸਥਾਪਨਾ ਹੋਈ ਸੀਗੀ। ਅਗਰ ਪੁੱਛਿਆ ਜਾਵੇ ਆਪਾਂ ਦੇਸੀ ਮਹੀਨੇ ਦੇ ਅੰਦਰ, ਤਾਂ ਦੇਸੀ ਮਹੀਨੇ ਦੇ ਅੰਦਰ ਸਥਾਪਨਾ ਹੋਈ ਸੀਗੀ ਵਿਸਾਖ 1 1756 ਵਿਕਰਮ ਸੰਵਤ ਦੇ ਅਕੋਰਡਿੰਗ।
ठीक है। दोनों ऑप्शन में अगर ए आंसर मिलता है तो तुसीं ए टिक करोगे, अगर वो लिखा होएगा तो उसके अकॉर्डिंग आंसर ਨੂੰ ਟਿਕ ਕਰਨਾ ਹੈਗਾ। 1 ਵਿਸਾਖ 1756 ਵਿਕਰਮ ਸੰਵਤ ਨੂੰ ਸਥਾਪਨਾ ਹੋਈ ਸੀਗੀ ਖਾਲਸਾ ਪੰਥ ਦੀ। ਫਿਰ ਆਂਦਾ ਹੈਗਾ ਇਨ ਵਿਚ ਟਾਊਨ ਡਿਡ ਗੁਰੂ ਗੋਬਿੰਦ ਸਿੰਘ ਫਾਰਮ ਦਾ ਖਾਲਸਾ ਪੰਥ, मतलब ਕਿੱਥੇ ਹੋਇਆ ਸੀਗਾ, ਕਿੱਥੇ ਕੀਤੀ ਹੈ ਗੁਰੂ ਜੀ ਨੇ ਇਹਦੀ ਸਥਾਪਨਾ, ਅਨੰਦਪੁਰ ਸਾਹਿਬ ਦੇ ਵਿੱਚ ਕੀਤੀ ਹੈਗੀ। ਤੇ ਜਿਹੜੀ ਇਹ ਅਸੈਂਬਲੀ ਸੀ ਕਿੱਥੇ ਹੋਈ ਸੀਗੀ, ਕੇਸ਼ਗੜ੍ਹ ਫੋਰਟ ਅੱਟਾ ਅਨੰਦਪੁਰ। ਅਨੰਦਪੁਰ ਦੇ ਵਿੱਚ ਇੱਕ ਫੋਰਟ ਹੈਗਾ, ਕਿਲਾ ਹੈਗਾ ਕਿਹੜਾ, ਕੇਸ਼ਗੜ੍ਹ ਦਾ, ਉੱਥੇ ਇਹ ਅਸੈਂਬਲੀ ਹੋਈ ਸੀਗੀ। ਤੇ ਉੱਥੇ ਹੀ 5 ਪਿਆਰਿਆਂ ਨੂੰ ਕੀ ਸੀਗਾ, ਅੰਮ੍ਰਿਤ ਛਕਾਇਆ ਗਿਆ ਸੀ, ਕਿੱਥੇ, ਗੁਰਦੁਆਰਾ ਕੇਸ਼ਗੜ੍ਹ ਸਾਹਿਬ ਦੇ ਵਿੱਚ। ਦਾ place where the ceremony of baptism with double-edged dagger to the 5 piaras took place was, that is the Gurdwara Keshgarh Sahib. Which among the following Gurdwara situated in the Anandpur Sahib is regarded as a ਤਖਤ of Sikhs? ਦੇਖੋ ਸਿੱਖਾਂ ਦੇ 5 ਤਖਤ ਨੇਗੇ, 5 ਤਖਤ ਦੇ ਵਿੱਚੋਂ ਇੱਕ ਤਖਤ ਕਿੱਥੇ ਹੈਗਾ, ਅਨੰਦਪੁਰ ਸਾਹਿਬ ਦੇ ਵਿੱਚ, ਉਹਦਾ ਨਾਮ ਕੀ ਹੈਗਾ, ਗੁਰਦੁਆਰਾ ਕੇਸ਼ਗੜ੍ਹ ਸਾਹਿਬ। ਤਖਤ ਦੀ ਵੀਡੀਓ ਤੇ ਗੁਰਦੁਆਰੇ ਦੀ ਵੀਡੀਓ ਮੈਂ ਇੱਕ ਕੰਬਾਈਨ ਰੈਡੀ ਕਰੂੰਗੀ, ਠੀਕ ਹੈ, ਅਪਲੋਡ ਕਰ ਦੂੰਗੀ ਥੋੜੇ ਟਾਈਮ ਤੱਕ, तो उसके अंदर मैं कंप्लीट करवा दूंगी, वो तुम देख लेना। ਗੁਰਦੁਆਰਾ ਕੇਸ਼ਗੜ੍ਹ ਸਾਹਿਬ ਇੱਕ ਤਖਤ ਹੈਗਾ। ਖਾਲਸਾ ਪੰਥ ਦੀ ਕਦੋਂ ਅਤੇ ਕਿੱਥੇ ਬਣਿਆ ਸੀਗਾ, 1699 ਦੀ ਵਿਸਾਖੀ ਨੂੰ ਕੇਸ਼ਗੜ੍ਹ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਫਿਰ ਆਂਦਾ ਹੈਗਾ ਹੁਣ ਦੇਖੋ, ਜਦੋਂ ਤੱਕ ਖਾਲਸਾ ਪੰਥ ਦੀ ਸਾਜਨਾ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਜੋ ਵੀ ਸਿੱਖ ਕੰਮ ਕਰਦੇ ਸੀਗੇ, ਮਤਲਬ ਸਿੱਖਾਂ ਦੀ ਜੋ ਇਨੀਸ਼ੀਏਸ਼ਨ ਸਰਮਨੀ ਹੁੰਦੀ ਸੀ ਉਹਨੂੰ ਕੀ ਬੋਲਦੇ ਸੀ ਆਪਾਂ, ਚਰਨ ਪਾਹੁਲ ਬੋਲਦੇ ਸੀਗੇ। 1699 ਵਿਸਾਖੀ ਤੋਂ ਪਹਿਲਾਂ ਜੋ ਵੀ ਮਤਲਬ ਕੰਮ ਹੁੰਦਾ ਸੀਗਾ, ਸਿੱਖ ਇਨੀਸ਼ੀਏਸ਼ਨ ਸਰਮਨੀ ਹੁੰਦੀ ਸੀਗੀ, ਉਹਨੂੰ ਬੋਲਿਆ ਜਾਂਦਾ ਸੀਗਾ ਚਰਨ ਪਾਹੁਲ। ਤੇ ਇਹਨੂੰ ਸਟਾਰਟ ਕਿਹਨੇ ਕੀਤਾ ਸੀ, ਇਹਨੂੰ ਖਤਮ ਕਿਹਨੇ ਕੀਤਾ ਸੀਗਾ, ਚਰਨ ਪਾਹੁਲ ਨੂੰ, ਨਾਮਕ ਪ੍ਰਥਾ ਨੂੰ ਅਬੋਲਿਸ਼ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ, ਇਸ ਨੂੰ ਖਤਮ ਕਰਤਾ ਸੀਗਾ। ਤੇ ਜਿਹੜਾ ਅਨਦਰ ਨੇਮ ਕੀ ਹੈਗਾ ਚਰਨ ਪਾਹੁਲ ਨੂੰ, ਹੋਰ ਕਿਸ ਨਾਮ ਨਾਲ ਜਾਣਦੇ ਆਪਾਂ, ਚਰਨ ਅੰਮ੍ਰਿਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਚਰਨ ਪਾਹੁਲ ਨੂੰ। ਮਤਲਬ ਆਪਾਂ ਇਨ ਸ਼ੋਰਟ ਕੀ ਬੋਲਾਂਗੇ, 1699 ਤੋਂ ਪਹਿਲਾਂ ਜੋ ਸਿੱਖਾਂ ਦੀ ਸੈਰਮਨੀ ਹੁੰਦੀ ਸੀ ਉਹਨੂੰ ਕੀ ਬੋਲਦੇ ਸੀ, ਇਹ ਚਰਨ ਪਾਹੁਲ ਬੋਲਦੇ ਸੀਗੇ। 1699 ਨੂੰ ਗੁਰੂ ਜੀ ਨੇ ਕੀ ਕੀਤਾ ਸੀ, ਖਾਲਸਾ ਪੰਥ ਦੀ ਸਾਜਨਾ ਕਰਤੀ ਸੀਗੀ, ਤੇ ਇਸ ਤੋਂ ਬਾਅਦ ਆਪਾਂ ਜਾਣਨ ਲੱਗ ਗਏ ਖਾਲਸਾ ਪੰਥ ਦੇ ਨਾਮ ਤੇ। ਇਹ ਚੀਜ਼ ਹੈਗੀ। ਤੇ ਮਸੰਦ ਪ੍ਰਥਾ ਦਾ ਅੰਤ, ਹੁਣ ਦੇਖੋ ਚੌਥੇ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ ਸੀਗਾ, ਬਟ ਇਹਨੂੰ ਖਤਮ ਕਿਹਨੇ ਕੀਤਾ ਸੀਗਾ, ਗੁਰੂ ਗੋਬਿੰਦ ਸਿੰਘ ਜੀ ਨੇ, ਕਿਉਂਕਿ ਸਿੱਖ ਕੀ ਸੀ, ਕਾਫੀ ਜ਼ਿਆਦਾ ਲਾਲਚੀ ਹੋ ਗਏ ਸੀ, ਲੋਭੀ ਹੋ ਗਏ ਸੀਗੇ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪ੍ਰਥਾ ਦਾ ਅੰਤ ਕਰ ਦਿੱਤਾ ਸੀਗਾ। ਫਿਰ ਆਂਦਾ ਹੈਗਾ ਸਿੱਖਾਂ ਦੀ ਸੰਖਿਆ ਦੇ ਵਿੱਚ ਵਾਧਾ। ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ, ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਹ ਹੁਕਮ ਕਰ ਦਿੱਤਾ ਕਿ ਖਾਲਸਾ ਦੇ ਕੋਈ 5 ਮੈਂਬਰ ਵੀ ਅੰਮ੍ਰਿਤ ਛਕਾ ਕੇ ਕਿਸੇ ਨੂੰ ਖਾਲਸਾ ਦੇ ਵਿੱਚ ਸ਼ਾਮਿਲ ਕਰ ਸਕਦੇ ਨੇ। ਕੋਈ ਵੀ 5 ਬੰਦੇ ਨੇਗੇ ਉਹ ਅੰਮ੍ਰਿਤ ਛਕਾ ਦੇਣ ਤਾਂ ਬਾਕੀ ਨੂੰ ਵੀ ਖਾਲਸਾ ਦੇ ਅੰਦਰ ਕਨਵਰਟ ਕਰ ਸਕਦੇ ਨੇਗੇ। ਤਾਂ ਖਾਲਸਾ ਸੰਗਤਾਂ ਨੇ ਵੀ ਅੰਮ੍ਰਿਤ ਛਕਾ ਕੇ ਬਹੁਤ ਸਾਰੇ ਲੋਕਾਂ ਨੂੰ ਸਿੱਖਾਂ ਦੇ ਵਿੱਚ ਸ਼ਾਮਿਲ ਕੀਤਾ, ਸਿੱਟੇ ਹੋਏ ਸਿੱਖਾਂ ਦੀ ਗਿਣਤੀ ਦੇ ਅੰਦਰ ਵਾਧਾ ਹੋ ਗਿਆ। ਫਿਰ ਆਂਦਾ ਹੈਗਾ ਮੁਗਲਾਂ ਦਾ ਸਫਲਤਾਪੂਰਵਕ ਵਿਰੋਧ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜ ਕੇ ਸਿੱਖਾਂ ਦੇ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਦਿੱਤੀਆਂ। ਉਹਨਾਂ ਨੇ ਚਿੜੀ ਨੂੰ ਬਾਜ਼ ਨਾਲ ਅਤੇ ਇੱਕ ਸਿੱਖ ਨੂੰ 1 ਲੱਖ ਮੁਗਲਾਂ ਨਾਲ ਲੜਨਾ ਸਿਖਾਇਆ। ਇਹ ਲਾਈਨ ਧਿਆਨ ਰੱਖਣੀ ਹੈ ਕਿ ਚਿੜੀ ਨੂੰ ਬਾਜ਼ ਨਾਲ, ਇੱਕ ਸਿੱਖ ਨੂੰ 1 ਲੱਖ ਮੁਗਲਾਂ ਨਾਲ ਲੜਨਾ ਸਿਖਾਇਆ ਕਿਹਨੇ, ਗੁਰੂ ਗੋਬਿੰਦ ਸਿੰਘ ਜੀ ਨੇ। ਸਿੱਟੇ ਵਜੋਂ ਗੁਰੂ ਜੀ ਦੇ ਸਿੱਖਾਂ ਨੇ 1699 ਤੋਂ ਲੈ ਕੇ 1705 ਤੱਕ ਮੁਗਲਾਂ ਨਾਲ ਕਈ ਯੁੱਧ ਲੜੇ ਸੀ। ਹੁਣ ਗੁਰੂ ਜੀ ਕਾਫੀ ਲੜਾਈਆਂ ਵੀ ਲੜਨਗੇ, ਆਪਾਂ ਅੱਗੇ ਦੇਖ ਦਿਆਂਗੇ। ਤਾਂ ਗੁਰੂ ਜੀ ਨੇ ਸੀਮਿਤ ਸਾਧਨਾ ਅਤੇ ਮੁੱਠੀ ਭਰ ਸੈਨਿਕਾਂ ਅਤੇ ਸ਼ਕਤੀਸ਼ਾਲੀ ਮੁਗਲ ਫੌਜਾਂ ਦਾ ਸਫਲਤਾਪੂਰਵਕ ਵਿਰੋਧ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ। ਹੁਣ ਆਂਦਾ ਹੈਗਾ ਲੜਾਈਆਂ, ਜਿਹੜੇ ਗੁਰੂ ਜੀ ਦੀਆਂ ਲੜਾਈਆਂ ਸੀਗੀਆਂ, ਬੈਟਲਸ ਆਫ ਗੁਰੂ ਗੋਬਿੰਦ ਸਿੰਘ ਜੀ। ਹੁਣ ਦੇਖੋ ਜਿਹੜੇ ਲੜਾਈਆਂ ਨੇਗੀਆਂ ਇਹਨੂੰ 2 ਪਾਰਟਸ ਦੇ ਅੰਦਰ ਕਨਵਰਟ ਕੀਤਾ ਹੋਇਆ ਹੈਗਾ। ਜਿਹੜੀਆਂ 1699 ਤੋਂ ਪਹਿਲਾਂ ਦੀ ਲੜਾਈਆਂ ਨੇਗੀਆਂ ਉਹਨੂੰ ਬੋਲਦੇ ਆਪਾਂ ਬੈਟਲਸ ਆਫ ਪ੍ਰੀ ਖਾਲਸਾ ਪੀਰੀਅਡ। ਜਿਹੜੀਆਂ ਲੜਾਈਆਂ ਹੋਈਆਂ 1699 ਤੋਂ ਬਾਅਦ ਉਹਨੂੰ ਬੋਲਦੇ ਆਪਾਂ ਪੋਸਟ ਖਾਲਸਾ ਪੀਰੀਅਡ। ਤਾਂ ਦੇਖੋ ਹੁਣ ਬੈਟਲਸ ਆਫ ਪ੍ਰੀ ਖਾਲਸਾ ਪੀਰੀਅਡ ਕਦੋਂ ਤੱਕ ਨੇ, 1675 ਤੋਂ ਲੈ ਕੇ 1699 ਤੱਕ। ਫਿਰ ਆਂਦਾ ਬੈਟਲਸ ਆਫ ਪੋਸਟ ਖਾਲਸਾ ਪੀਰੀਅਡ ਹੈਗਾ 1699 ਤੋਂ ਬਾਅਦ 1708 ਤੱਕ। ਇਹ ਧਿਆਨ ਰੱਖਣਾ ਗਾ ਇਸ ਚੀਜ਼ ਦਾ। ਪਹਿਲਾਂ ਆਪਾਂ ਦੇਖਾਂਗੇ ਬੈਟਲਸ ਆਫ ਪ੍ਰੀ ਖਾਲਸਾ ਪੀਰੀਅਡ 1675 ਤੋਂ ਲੈ ਕੇ 1699 ਤੱਕ ਜਿਹੜੀਆਂ ਲੜਾਈਆਂ ਗੁਰੂ ਜੀ ਨੇ ਲੜੀਆਂ ਨੇਗੀਆਂ, ਦੈਟ ਮੀਨਸ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ। ਸਭ ਤੋਂ ਫਸਟ ਲੜਾਈ ਆਉਂਦੀ ਹੈ, ਇੰਪੋਰਟੈਂਟ ਹੈ ਕਿਉਂਕਿ ਇਹ ਪਹਿਲੀ ਲੜਾਈ ਹੈ ਗੁਰੂ ਜੀ ਦੀ, ਬੈਟਲ ਆਫ ਭੰਗਾਣੀ। ਭੰਗਾਣੀ ਦਾ ਯੁੱਧ ਕਿੱਥੇ ਹੋਇਆ ਸੀਗਾ, ਭੰਗਾਣੀ ਦੇ ਵਿੱਚ। ਦੇਖੋ ਇਹ ਵਾਲਾ ਡਾਟਾ ਮੈਨੂੰ ਲੱਤਾ ਹੋਇਆ ਸਾਡਾ ਪੰਜਾਬ ਬੁੱਕ ਤੋਂ। ਪਹਿਲਾਂ ਡਾਟਾ ਹੈਗਾ ਸੀਗਾ 10th ਕਲਾਸ ਦੀ ਬੁੱਕ ਦਾ, ਤੇ ਕੁਝ ਡਾਟਾ ਹੈਗਾ ਸੀਗਾ ਨੈਟ ਤੋਂ ਲੱਤਾ ਸੀ ਮੈਨੇ, ਵਿਕੀਪੀਡੀਆ ਤੋਂ ਉਠਾਇਆ ਹੈਗਾ ਜਾਂ ਕੁਝ ਵੀ ਹੋਰ ਸਾਈਟਸ ਤੋਂ ਮੈਨੇ ਉਸਨੂੰ ਕਾਪੀ ਕੀਤਾ ਹੈਗਾ।
ठीक है, ये वाला डाटा हैगा साडा पंजाब बुक का। बैटल ऑफ भंगानी का मतलब भंगानी युद्ध कित्थे होया सीगा, भंगानी दे अंदर कदों होया सीगा 1688 दे विच। कौन कौन लड़िया सीगा, गुरु गोबिंद सिंह जी, दूजे पासे कौन सीगा, राजा भीम चंद ते नाल कुछ पहाड़ी राजे सीगे। जित्तिया कौन सीगा, गुरु जी ते ओहदे सिख जित गए सीगे। हार कौन गया सीगा, मतलब रिजल्ट की निकलिया दा, भीम चंद ते दूजे राजे हार गए सीगे ते गुरु जी दे ओह दोस्त बन गए सीगे इस लड़ाई दे अंदर। इंपॉर्टेंट हैगा, पूछा जांदा गा भी यह लड़ाई कदों होई हैगी, किहदे विचकार होई है, कित्थे एह होई हैगी। ਹੁਣ देखो दिस वाज द फर्स्ट एंड द सिग्निफिकेंट विक्ट्री ऑफ गुरु जी। यह गुरु जी की पहली ਅਤੇ महत्वपूर्ण युद्ध ਸੀਗੀ। इस तो बाद गुरु जी कित्थे आ गए ਸੀਗੇ, ਅਨੰਦਪੁਰ ਸਾਹਿਬ आ गए ਸੀਗੇ। ਉੱਥੇ ਉਹਨਾਂ ਨੇ ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਤੇ ਫਤਿਹਨਗੜ੍ਹ ਨਾਮੀ 4 ਕਿਲਿਆਂ ਦੀ ਉਸਾਰੀ ਕਰਵਾਈ। ਗੁਰੂ ਜੀ ਨੇ 4 ਕਿਲਿਆਂ ਦੀ ਉਸਾਰੀ ਕਰਵਾਈ। ਸੋ ਕਿਹੜੇ ਕਿਹੜੇ ਨੇਗੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਆਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਤੇ ਫਤਿਹਗੜ੍ਹ ਨਾਮੀ। ਤੇ ਹੁਣ ਦੇਖੋ ਇਹਨਾਂ ਦੇ ਵਿੱਚੋਂ ਕਿਹੜਾ ਕਿਲਾ ਹੈਗਾ ਜਿਹੜਾ ਕਿ ਹੋਲਾ ਮਹੱਲਾ ਨਾਲ ਰਿਲੇਟ ਕਰਦਾ ਹੈਗਾ, ਦੈਟ ਇਜ਼ ਦ ਲੋਹਗੜ੍ਹ ਫੋਰਟ। ਲੋਹਗੜ੍ਹ ਦਾ ਕਿਲਾ ਹੈਗਾ ਜਿੱਥੇ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੇ। ਨੈਕਸਟ ਬੈਟਲ ਆਂਦੀ ਹੈ, ਲੜਾਈ ਆਂਦੀ ਹੈਗੀ ਬੈਟਲ ਆਫ ਨਦੌਨ। ਨਦੌਨ ਦੀ ਲੜਾਈ ਹੈਗੀ ਕਿੱਥੇ ਹੋਈ ਸੀਗੀ, ਨਦੌਨ ਦੇ ਵਿੱਚ 1690 ਦੇ ਵਿੱਚ ਹੋਈ ਸੀ। ਕਿਹਦੇ ਵਿਚਕਾਰ ਹੋਈ ਸੀਗੀ, ਗੁਰੂ ਜੀ ਤੇ ਪਹਾੜੀ ਰਾਜਿਆਂ ਤੇ ਦੂਜੇ ਪਾਸੇ ਕੌਣ ਸੀਗਾ, ਆਲਿਫ ਖਾਨ ਜਿਹੜਾ ਕਿ ਮੁਗਲ ਸੀਗਾ, ਇਹ ਲੜਿਆ ਸੀਗਾ। ਦੂਜੇ ਪਾਸੇ ਜਿੱਤਿਆ ਕੌਣ ਸੀਗਾ, ਗੁਰੂ ਜੀ ਤੇ ਪਹਾੜੀ ਰਾਜ ਜਿੱਤ ਗਏ ਸੀਗੇ। ਹਾਰ ਕੌਣ ਗਿਆ ਸੀਗਾ, ਆਲਿਫ ਖਾਨ ਇਸ ਲੜਾਈ ਦੇ ਵਿੱਚ ਹਾਰ ਗਿਆ ਸੀਗਾ। ਹੁਣ ਦੇਖੋ ਇਸ ਜਿੱਤ ਤੋਂ ਬਾਅਦ ਕੀ ਸੀਗਾ, ਆਫਟਰ ਦਾ ਵਿਕਟਰੀ ਆਫ ਨਦੌਨ ਜਿਹੜਾ ਹੈਗਾ ਸੀਗਾ, ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਆਲਿਫ ਖਾਨ ਨਾਲ ਸਮਝੌਤਾ ਕਰ ਲਿਆ। ਹੁਣ ਦੇਖੋ ਭੀਮ ਚੰਦ ਗੁਰੂ ਜੀ ਦਾ ਫਰੈਂਡ ਸੀਗਾ, ਉਹਨੇ ਕੀ ਕੀਤਾ, ਆਲਿਫ ਖਾਨ ਨਾਲ ਸਮਝੌਤਾ ਕਰ ਲਿਆ। ਗੁਰੂ ਜੀ ਨੂੰ ਪੁੱਛਿਆ ਹੈ ਨਹੀਂ ਤਾਂ ਗੁਰੂ ਜੀ ਨੇ ਉਹਨੇ ਕੀ ਕੀਤਾ, ਦਗਾ ਕੀਤਾ ਸੀਗਾ। ਗੁਰੂ ਸਾਹਿਬ ਨੂੰ ਉਸ ਤੇ ਵਿਸ਼ਵਾਸਘਾਤ ਕਰਨ ਤੇ ਕਾਫੀ ਦੁੱਖ ਹੋਇਆ ਸੀਗਾ। ਭੀਮ ਚੰਦ ਨੇ ਏਦਾਂ ਦਾ ਕੰਮ ਕੀਤਾ ਸੀ ਗੁਰੂ ਜੀ ਦੇ ਨਾਲ। ਫਿਰ ਆਂਦਾ ਹੈਗਾ ਬੈਟਲਸ ਆਫ ਪੋਸਟ ਖਾਲਸਾ ਪੀਰੀਅਡ, ਮਤਲਬ ਖਾਲਸਾ ਤੋਂ ਬਾਅਦ ਦੀ ਲੜਾਈਆਂ, ਉੱਤਰ ਖਾਲਸਾ ਕਾਲ ਦੀਆਂ ਲੜਾਈਆਂ 1699 ਤੋਂ ਲੈ ਕੇ 1708 ਈਸਵੀ ਤੱਕ। ਪਹਿਲੀ ਬੈਟਲ ਹੁੰਦੀ ਹੈ ਮਤਲਬ ਆਪਣੀ ਪੋਸਟ ਖਾਲਸਾ ਪੀਰੀਅਡ ਦੀ, ਦੈਟ ਇਜ਼ ਦ ਫਰਸਟ ਬੈਟਲ ਆਫ ਆਨੰਦਪੁਰ। ਕਿੱਥੇ ਹੋਈ ਸੀ, ਆਨੰਦਪੁਰ ਦੇ ਵਿੱਚ। ਕਦੋਂ ਹੋਈ ਸੀਗੀ, 1701 ਦੇ ਵਿੱਚ। ਹੁਣ ਕੌਣ ਕੌਣ ਆ ਰਹੇ, ਗੁਰੂ ਜੀ ਤੋਂ ਸਿੱਖ ਸੀਗੇ। ਦੂਜੇ ਪਾਸੇ ਕੌਣ ਆ ਗਿਆ, ਫਿਰ ਆਇਆ ਭੀਮ ਚੰਦ ਆ, ਕਿਉਂਕਿ ਗੁਰੂ ਜੀ ਦੇ ਖਿਲਾਫ ਹੋ ਗਿਆ ਸੀਗਾ, ਰਲ ਗਿਆ ਸੀ ਆਲਿਫ ਖਾਨ ਨਾਲ, ਤਾਂ ਕਰਕੇ ਗੁਰੂ ਜੀ ਫਿਰ ਯੁੱਧ ਕਰਦੇ ਨੇਗੇ ਭੀਮ ਚੰਦ ਨਾਲ। ਤੇ ਨਾਲ ਦੂਜੇ ਪਾਸੇ ਨਾਲ ਕੌਣ ਨੇਗੇ, ਦੂਜੇ ਪਹਾੜੀ ਰਾਜੇ ਨੇ। ਜਿੱਤਿਆ ਕੌਣ ਸੀਗਾ, ਗੁਰੂ ਜੀ ਦੇ ਸਿੱਖ ਜਿੱਤੇ ਸੀਗੇ। ਉਰੇ ਫਿਰ ਰਿਜ਼ਲਟ ਕੀ ਨਿਕਲਿਆ, ਰਾਜਾ ਨਾਲ ਸੰਧੀ ਹੋ ਗਈ ਸੀ ਤੇ ਗੁਰੂ ਜੀ ਕੀ ਸੀਗੇ, ਨਿਰਮੋਹ ਚਲੇ ਗਏ ਸੀਗੇ। ਹੁਣ ਦੇਖੋ ਬਿਲਾਸਪੁਰ ਦੇ ਰਾਜਾ ਇਹ ਉਸੇ ਫਸਟ ਬੈਟਲ ਆਫ ਅਨੰਦਪੁਰ ਦੇ ਨਾਲ ਰਿਲੇਟਡ ਵਾਲੀ ਇਹ ਸਟੋਰੀ ਹੈਗੀ। ਠੀਕ ਹੈ, ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਜਾਂ ਤਾਂ ਉਹ ਅਨੰਦਪੁਰ ਸਾਹਿਬ ਨੂੰ ਛੱਡ ਦੇਣ ਜਾਂ ਫਿਰ ਉਹ ਦਿੱਤਾ ਜਿੰਨਾ ਸਮਾਂ ਉੱਥੇ ਰਹੇ ਨੇ ਉਸ ਦਾ ਬਣਦਾ ਕਿਰਾਇਆ ਦੇਣ। ਤਾਂ ਗੁਰੂ ਜੀ ਨੇ ਇਸ ਮੰਗ ਨੂੰ ਠੁਕਰਾ ਦਿੱਤਾ। ਉਹ ਕੀ ਕਹਿੰਦਾ ਹੈਗਾ ਵੀ ਜਿੰਨਾ ਟਾਈਮ ਤੁਸੀਂ ਮਤਲਬ ਅਨੰਦਪੁਰ ਦੇ ਵਿੱਚ ਬੈਠੇ ਹੋਗੇ ਜਾਂ ਤੁਸੀਂ ਇਹਨੂੰ ਛੱਡ ਕਿਤੇ ਹੋਰ ਚਲੇ ਜਾਓ, ਜਾਂ ਤੁਸੀਂ ਕਹਿੰਦੇ ਜਿੰਨਾ ਟਾਈਮ ਰਹੇ ਹੋਗੇ ਮੈਨੂੰ ਉਸ ਦਾ ਬਣਦਾ ਕਿਰਾਇਆ ਦੇਵੋ। ਤਾਂ ਗੁਰੂ ਜੀ ਨੇ ਇਸ ਨੂੰ ਕੀ ਕਰਤਾ, ਠੁਕਰਾ ਦਿੱਤਾ ਸੀਗਾ। ਸਿੱਟੇ ਵਜੋਂ 1701 ਨੂੰ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਦੇ ਸੈਨਾਵਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਉਹਨਾਂ ਘੇਰ ਲਿਆ ਉਸ ਚੀਜ਼ ਨੂੰ, ਜਗ੍ਹਾ ਨੂੰ। ਗੁਰੂ ਸਾਹਿਬ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਹੋਰ ਸਿੱਖਾਂ ਨੇ ਵੈਰੀਆਂ ਦਾ ਬਹੁਤ ਸਾਰਾ ਨੁਕਸਾਨ ਕੀਤਾ। ਉਰੇ ਫਿਰ ਗੁਰੂ ਜੀ ਕੀ ਸੀਗੇ, ਜਿੱਤ ਗਏ ਸੀਗੇ। ਸਿੱਟੇ ਵਜੋਂ ਨਿਰਾਸ਼ ਹੋ ਕੇ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਸਾਹਿਬ ਨੇ ਪਹਿਲਾਂ ਹੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ, ਉਹਨਾਂ ਨਾਲ ਸਮਝੌਤਾ ਕਰ ਲਿਆ। ਸਮਝੌਤੇ ਦੀ ਸ਼ਰਤ ਅਨੁਸਾਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਚਲੇ ਗਏ ਸੀ। ਸਮਝੌਤਾ ਇਹ ਹੋਇਆ ਸੀਗਾ ਵੀ ਗੁਰੂ ਜੀ ਚਲੇ ਜਾਣਗੇ, ਉੱਥੇ ਨਿਰਮੋਹ ਚਲੇ ਗਏ ਸੀਗੇ। ਅਗਲੀ ਲੜਾਈ ਆਉਂਦੀ ਹੈ ਕਿ ਬੈਟਲ ਆਫ ਨਿਰਮੋਹ। ਨਿਰਮੋਹ ਦੇ ਵਿੱਚ ਹੋਈ ਸੀਗੀ, ਕਦੋਂ ਹੋਈ ਸੀ, 1702 ਦੇ ਵਿੱਚ। ਹੁਣ ਕੌਣ ਕੌਣ ਹੈਗਾ, ਗੁਰੂ ਜੀ ਦੇ ਸਿੱਖ ਨੇ। ਦੂਜੇ ਪਾਸੇ ਹੁਣ ਰਾਜਾ ਭੀਮ ਚੰਦ ਤਾਂ ਹੈਗਾ ਹੀ ਹੈਗਾ, ਨਾਲ ਕਿਹਨੂੰ ਲੈ ਕੇ ਆ ਗਿਆ, ਉਹ ਮੁਗਲ ਫੋਰਸਿਸ ਨੂੰ ਨਾਲ ਲੈ ਆਇਆ। ਜਿੱਤਿਆ ਕੌਣ ਹੈ, ਫਿਰ ਗੁਰੂ ਜੀ ਜਿੱਤੇ ਨੇਗੇ ਤੇ ਸਿੱਖ ਜਿੱਤੇ ਨੇਗੇ। ਰਿਜ਼ਲਟ ਕੀ ਰਿਹਾਗਾ, ਜਿਹੜੇ ਹਮਲਾਵਰ ਸੀਗੇ ਉਹਨਾਂ ਨੂੰ ਹਰਾਤਾ ਸੀਗਾ ਗੁਰੂ ਜੀ ਨੇ, ਮਤਲਬ ਰਾਜਾ ਭੀਮ ਚੰਦ ਤੇ ਮੁਗਲ ਫੋਰਸਿਸ ਹਾਰ ਗਈਆਂ ਸੀਗੀਆਂ। ਉਰੇ ਅਗਲੀ ਲੜਾਈ ਆਉਂਦੀ ਹੈਗੀ ਬੈਟਲ ਆਫ ਬਸੋਲੀ ਦੀ। ਕਿੱਥੇ ਹੋਈ ਸੀ, ਬਸੋਲੀ ਦੇ ਵਿੱਚ। ਕਦੋਂ ਹੋਈ ਸੀ, 1702 ਦੇ ਵਿੱਚ। ਕਿਹਦੇ ਵਿਚਕਾਰ ਹੋਈ ਸੀ, ਗੁਰੂ ਜੀ ਦੇ ਸਿੱਖਾਂ ਦੇ ਤੇ ਰਾਜਾ ਭੀਮ ਚੰਦ ਦੂਜੇ ਪਾਸੇ ਸੀਗਾ। ਜਿੱਤਿਆ ਕੌਣ ਸੀ, ਅਗੇਨ ਗੁਰੂ ਜੀ ਜਿੱਤੇ ਸੀਗੇ, ਸਿੱਖ ਜਿੱਤੇ ਸੀਗੇ। ਰਿਜ਼ਲਟ ਕੀ ਨਿਕਲਿਆ, ਸਿੱਖ ਅਟੈਕਡ ਦਾ ਟੈਰੀਟਰੀ ਆਫ ਰਾਜਾ ਐਂਡ ਕੈਪਚਰਡ ਦਾ ਕਲਮੋਟ। ਤੇ ਉਹਨਾਂ ਨੇ ਹਾਸਲ ਕਰ ਲਿਆ ਸੀਗਾ ਕਲਮੋਟ ਨੂੰ। ਹੁਣ ਦੇਖੋ ਬਸੋਲੀ ਦਾ ਯੁੱਧ ਹੋਇਆ 1702 ਦੇ ਵਿੱਚ। ਸਤਲੁਜ ਨਦੀ ਨੂੰ ਪਾਰ ਕਰਕੇ ਗੁਰੂ ਜੀ ਅਤੇ ਸਿੱਖ ਬਸੋਲੀ ਦੇ ਵਿੱਚ ਚਲੇ ਗਏ। ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਦੀ ਸੈਨਾ ਦਾ ਪਿੱਛਾ ਕੀਤਾ।
ਉਹ ਪਿੱਛੇ ਲੱਗ ਲਿਆ ਗੁਰੂ ਜੀ ਦੇ, ਪਰ ਗੁਰੂ ਜੀ ਨੇ ਉਹਨਾਂ ਨੂੰ ਫਿਰ ਹਰਾ ਦਿੱਤਾ, ਕਿਉਂਕਿ ਬਸੋਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸੀਗੇ। ਇਸ ਲਈ ਭੀਮ ਚੰਦ ਨੇ ਗੁਰੂ ਸਾਹਿਬ ਜੀ ਦੇ ਨਾਲ ਸਮਝੌਤਾ ਕਰਨਾ ਹੀ ਠੀਕ ਸਮਝਿਆ। ਇਹ ਸੰਧੀ 1702 ਈਸਵੀ ਦੇ ਮੱਧ ਵਿੱਚ ਹੋਈ। ਸਿੱਟੇ ਵਜੋਂ ਗੁਰੂ ਜੀ ਫਿਰ ਅਨੰਦਪੁਰ ਸਾਹਿਬ ਜਾ ਕੇ ਰਹਿਣ ਲੱਗੇ। ਮਤਲਬ ਗੁਰੂ ਜੀ ਫਿਰ ਕਿੱਥੇ ਆ ਗਏ ਨੇਗੇ? ਅਨੰਦਪੁਰ ਸਾਹਿਬ ਦੇ ਵਿੱਚ ਆ ਗਏ ਨੇਗੇ। ਇਸ ਤੋਂ 2 ਸਾਲਾਂ ਬਾਅਦ ਗੁਰੂ ਜੀ ਨੂੰ ਹੋਰ ਕੋਈ ਲੜਾਈ ਨਾ ਲੜਨੀ ਪਈ। ਇਸ ਤੋਂ ਬਾਅਦ ਗੁਰੂ ਜੀ 2 ਸਾਲ ਤੱਕ ਕੋਈ ਲੜਾਈ ਨਹੀਂ ਲੜਦੇ। ਹੁਣ 1702 ਤੋਂ ਬਾਅਦ ਲੜਨਗੇ 1704 ਦੇ ਅੰਦਰ। ਹੁਣ ਆਉਂਦਾ ਹੈਗਾ ਸੈਕਿੰਡ ਬੈਟਲ ਆਫ ਅਨੰਦਪੁਰ। ਇਹ ਇੰਪੋਰਟੈਂਟ ਹੈ ਕਿਉਂਕਿ ਇਸ ਲੜਾਈ ਦੇ ਅੰਦਰ ਗੁਰੂ ਜੀ ਦੇ ਬੇਟੇ ਜੋਰਾਵਰ ਤੇ ਫਤਿਹ ਸਿੰਘ ਸ਼ਹੀਦ ਹੋ ਜਾਂਦੇ ਨੇ ਉਰੇ, ਤਾਂ ਕਰਕੇ ਲੜਾਈ ਇੰਪੋਰਟੈਂਟ ਆਪਣੇ ਲਈ। ਕਿੱਥੇ ਹੋਈ ਸੀ? ਅਨੰਦਪੁਰ ਦੇ ਵਿੱਚ ਹੋਈ ਸੀਗੀ। ਕਦੋਂ ਹੋਈ ਸੀ? 1704 ਦੇ ਵਿੱਚ। ਕੌਣ ਕੌਣ ਹੈਗਾ? ਗੁਰੂ ਜੀ ਦੇ ਸਿੱਖ ਨੇ ਇੱਕ ਪਾਸੇ, ਦੂਜੇ ਪਾਸੇ ਹੈਗੇ ਨੇ ਪਹਾੜੀ ਰਾਜੇ ਮੁਗਲ ਫੋਰਸਿਸ। ਕਿਹਦੇ ਅੰਡਰ ਨੇ? ਉਹ ਵਜ਼ੀਰ ਖਾਨ ਦੇ ਅੰਡਰ ਨੇ। ਕਾਫੀ ਤਾਕਤਵਰ ਪਰਸਨ ਸੀਗਾ ਵਜ਼ੀਰ ਖਾਨ। ਤੇ ਜਿੱਤਦਾ ਕੌਣ ਹੈਗਾ ਇਸ ਲੜਾਈ ਦੇ ਵਿੱਚ? ਗੁਰੂ ਜੀ ਤੇ ਸਿੱਖ ਉਹਨਾਂ ਦੇ ਹਾਰ ਜਾਂਦੇ ਨੇਗੇ, ਠੀਕ ਹੈ, ਤੇ ਉਹ ਛੱਡ ਕੇ ਚਲੇ ਜਾਂਦੇ ਨੇਗੇ, ਕਿਲਾ ਛੱਡ ਕੇ ਚਲੇ ਜਾਂਦੇ ਨੇ। ਤੇ ਗੁਰੂ ਜੀ ਦੇ ਬੱਚੇ ਨੇ ਜਿਹੜੇ ਜੋਰਾਵਰ ਤੇ ਫਤਿਹ ਸਿੰਘ, ਇਹ ਇਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੰਦਾ ਹੈਗਾ। ਕੌਣ? ਵਜ਼ੀਰ ਖਾਨ। ਤਾਂ ਉਸ ਲੜਾਈ ਦੇ ਵਿੱਚ ਗੁਰੂ ਜੀ ਦੀ ਹਾਰ ਹੁੰਦੀ ਹੈਗੀ। ਹੁਣ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਆਪਾਂ ਨੇ ਕੀਤਾ ਸੀਗਾ, ਗੁਰੂ ਤੇਗ ਬਹਾਦਰ ਜੀ ਦੀ ਵੀਡੀਓ ਦੇ ਅੰਦਰ। ਹੁਣ ਦੇਖੋ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਲੱਗ ਕੀਤਾ ਸੀ। ਕਿਹਨੇ ਕੀਤਾ ਸੀਗਾ? ਜਲਾਦ ਸੈਯਦ ਜਲਾਲੂਦੀਨ ਨੇ ਕੀਤਾ ਸੀ। ਇਹ ਪਰਸਨ ਕਿੱਥੋਂ ਦਾ ਰਹਿਣ ਵਾਲਾ ਸੀਗਾ? ਇਹ ਰਹਿਣ ਵਾਲਾ ਸੀਗਾ ਸਮਾਣੇ ਦਾ। ਇਹ ਪਰਸਨ ਸੀਗਾ ਸਮਾਣੇ ਦਾ ਜਿਹੜਾ ਜਲਾਦ ਸੀਗਾ। ਸੇਮ ਐਜ਼ ਸਰਹੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ, ਕੌਣ? ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਿਹੜਾ ਜਲਾਦ ਸੀਗਾ, ਕੌਣ? ਜਿਹੜੇ ਗੁਰੂ ਜੀ ਦੇ ਬੱਚਿਆਂ ਦੇ ਜਲਾਦ ਸੀਗਾ, ਨਾਮ ਹੈਗਾ ਸ਼ਾਸਲ ਬੇਗ ਤੇ ਬਾਸ਼ਲ ਬੇਗ। ਇਹ ਵੀ ਕਿੱਥੋਂ ਦੇ ਸੀਗੇ? ਇਹ ਵੀ ਸਮਾਣੇ ਦੇ ਸੀ। ਜਿਹੜੇ ਪਟਿਆਲੇ ਦੇ ਪਾਸ ਪੈਂਦਾ ਹੈਗਾ ਸਮਾਣਾ, ਉੱਥੋਂ ਦੇ ਸੀ ਇਹ ਵਾਲੇ ਦੋਨੋਂ ਜਲਾਦ। ਹੁਣ ਦੇਖੋ ਜਿੰਦਾ ਨੀਹਾਂ ਦੇ ਵਿੱਚ ਚਿਣਵਾਏ ਗਏ ਸਾਹਿਬਜ਼ਾਦਿਆਂ ਦੇ ਕੀ ਨਾਂ ਨੇ? ਹੈਗੇ ਨੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀਗਾ ਵਜ਼ੀਰ ਖਾਨ ਨੇ। ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਮੰਗੀ। ਮਤਲਬ ਸਰਹੰਦ ਦਾ ਫੌਜਦਾਰ ਵਜ਼ੀਰ ਖਾਨ ਆਪਣੀ ਫੌਜ ਲੈ ਕੇ ਉੱਥੇ ਆ ਗਿਆ। ਭੀਮ ਚੰਦ ਦੇ ਰਾਜਾ ਕਹਿੰਦਾ ਵਜ਼ੀਰ ਖਾਨ ਨੂੰ ਮੇਰੀ ਹੈਲਪ ਕਰੋ, ਤਾਂ ਵਜ਼ੀਰ ਖਾਨ ਕੀ ਸੀਗਾ? ਆਪਦੀ ਫੌਜ ਲੈ ਕੇ ਉੱਥੇ ਆ ਗਿਆ। ਵਜ਼ੀਰ ਖਾਨ ਆਪਣੇ ਪਹਾੜੀ ਰਾਜਿਆਂ ਤੇ ਰੰਗੜਾਂ ਨੇ ਮਿਲ ਕੇ ਗੁਰੂ ਜੀ ਤੇ ਧਾਵਾ ਬੋਲ ਦਿੱਤਾ। ਇਹਨੇ ਅਟੈਕ ਕਰਤਾ ਗੁਰੂ ਜੀ ਤੇ। ਸਿੱਖਾਂ ਨੇ ਕਿਲੇ ਦੇ ਅੰਦਰੋਂ ਹੀ ਵੈਰੀ ਦੀ ਫੌਜ ਦੇ ਧਾਵੇ ਨੂੰ ਅਸਫਲ ਬਣਾ ਦਿੱਤਾ ਤੇ ਉਹਨਾਂ ਨੇ ਵੀ ਕਾਫੀ ਮਤਲਬ ਯੁੱਧ ਲੜੇ, ਕਾਫੀ ਸਫਲ ਕੀਤਾ। ਫਿਰ ਵੈਰੀ ਨੇ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ, ਚਾਰੇ ਪਾਸੇ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਨੂੰ। ਸਿੱਟੇ ਹੋਏ ਸਿੱਖਾਂ ਨੂੰ ਹੋਰ ਸਮਝ ਜਾਰੀ ਰੱਖਣਾ ਸੰਭਵ ਹੋ ਗਿਆ। ਮਤਲਬ ਇੰਨਾ ਟਾਈਮ ਯੁੱਧ ਨਹੀਂ ਕਰ ਪਾਏ। ਸਿੱਖਾਂ ਨੇ ਅਨੰਦਪੁਰ ਸਾਹਿਬ ਛੱਡਣਾ ਚਾਹਿਆ। ਜਿਹੜੇ ਸਿੱਖ ਸੀ ਉਹ ਕਹਿੰਦੇ ਸੀ ਆਪਾਂ ਅਨੰਦਪੁਰ ਸਾਹਿਬ ਛੱਡ ਦਿੰਦੇ ਹਾਂ, ਪਰ ਗੁਰੂ ਜੀ ਨਾ ਮੰਨੇ। ਤੇ ਜਿਹੜੇ ਬਾਕੀ 40 ਸਿੱਖ ਸੀ ਨਾਲ ਗੁਰੂ ਜੀ ਦੇ, ਉਹ ਆਪਣਾ ਵਿਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ। ਤਾਂ ਉਹ ਕਹਿੰਦੇ ਅਸੀਂ ਉੱਥੋਂ ਲੱਗ ਜਾ ਰਹੇ ਹਾਂਗੇ, ਵਿਦਾਵਾ ਲਿਖਤਾ ਸੀ ਗੁਰੂ ਜੀ ਦੇ ਨਾਲ। ਤਾਂ ਅੰਤ 2 ਦਸੰਬਰ 1704 ਨੂੰ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਛੱਡਿਆ। ਤਾਂ ਗੁਰੂ ਜੀ ਅਨੰਦਪੁਰ ਸਾਹਿਬ ਛੱਡਿਆ ਕਿਹਦੇ ਕਹਿਣ ਤੋਂ ਸੀਗਾ? ਮਾਤਾ ਗੁਜਰੀ ਦੇ ਕਹਿਣ ਛੱਡਿਆ ਸੀਗਾ। ਤੇ ਇਸ ਲੜਾਈ ਦੇ ਵਿੱਚ ਜਿਹੜੇ 40 ਸਿੱਖ ਸੀਗੇ ਉਹ ਕੀ ਸੀਗੇ? ਵਿਦਾਵਾ ਲੈ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੂੰ। ਕਿਹੜੀ ਲੜਾਈ ਦੇ ਅੰਦਰ? ਸੈਕਿੰਡ ਬੈਟਲ ਆਫ ਅਨੰਦਪੁਰ ਦੇ ਅੰਦਰ। ਇਹ ਇੰਪੋਰਟੈਂਟ ਪੁਆਇੰਟ ਹੈਗਾ, ਧਿਆਨ ਰੱਖਣਾ ਹੈਗਾ। ਹੁਣ ਦੇਖੋ ਵਿਦਾਵਾ ਕੀ ਚੀਜ਼ ਹੈਗਾ? ਵਿਦਾਵਾ ਦਾ ਮਤਲਬ ਹੁੰਦਾ ਹੈਗਾ ਆਪਣੇ ਗੁਰਸਿੱਖ ਤੋਂ ਕਿਸੇ ਦਾ ਤਿਆਗ ਹੋਣਾ, ਮਤਲਬ ਅਧਿਕਾਰ ਨਾ ਜਤਾਉਣਾ। ਇੰਗਲਿਸ਼ ਦੇ ਅੰਦਰ ਅਬੰਡਨਮੈਂਟ ਆਫ ਅ ਸਿੱਖ ਫਰੋਮ ਹਿਜ਼ ਗੁਰੂ, ਮਤਲਬ ਜੁਦਾਈ ਹੋਣਾ ਆਪਦੇ ਇੱਕ ਸਿੱਖ ਦੀ ਗੁਰੂ ਤੋਂ। ਫਿਰ ਆਉਂਦੀ ਅਗਲੀ ਲੜਾਈ ਆਉਂਦੀ ਹੈਗੀ ਬੈਟਲ ਆਫ ਚਮਕੌਰ। ਕਿੱਥੇ ਹੋਈ ਸੀ? ਚਮਕੌਰ ਦੇ ਅੰਦਰ 1704 ਦੇ ਵਿੱਚ ਹੋਈ ਸੀ। ਕੌਣ ਕੌਣ ਹੈਗਾ? ਗੁਰੂ ਜੀ ਦੇ ਸਿੱਖ ਨੇ, ਕਿ ਦੂਜੇ ਪਾਸੇ ਹੈਗੇ ਨੇ ਮੁਗਲ ਫੋਰਸਿਸ ਨੇ। ਜਿੱਤਦਾ ਕੌਣ ਹੈਗਾ? ਮੁਗਲ ਫੋਰਸਿਸ ਜਿੱਤਦੀਆਂ ਨੇ। ਉਰੇ ਵੀ ਗੁਰੂ ਜੀ ਹਾਰ ਜਾਂਦੇ ਨੇ। ਉਰੇ ਗੁਰੂ ਜੀ ਦੇ 35 ਸਿੱਖ ਤੇ ਗੁਰੂ ਜੀ ਦੇ ਵੱਡੇ ਬੱਚੇ, ਆਪਣੇ ਗੁਰੂ ਜੀ ਦੇ ਬੱਚੇ ਅਜੀਤ ਸਿੰਘ ਤੇ ਜੁਝਾਰ ਸਿੰਘ ਉਰੇ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦੇ ਨੇਗੇ। ਹੁਣ ਦੇਖੋ ਚਮਕੌਰ ਤੋਂ ਨਿਕਲ ਕੇ ਮਾਛੀਵਾੜਾ, ਦੀਨਾ ਆਦਿ ਥਾਵਾਂ ਤੋਂ ਹੁੰਦੇ ਹੋਏ ਉਹ ਖਿਦਰਾਣਾ ਮੁਕਤਸਰ ਪੁੱਜੇ। ਉੱਥੇ 1705 ਦੇ ਵਿੱਚ ਉਹਨਾਂ ਨੇ ਮੁਗਲ ਸੈਨਾ ਨੂੰ ਹਰਾਇਆ। ਖਿਦਰਾਣਾ ਤੋਂ ਗੁਰੂ ਜੀ ਤਲਵੰਡੀ ਸਾਬੋ ਚਲੇ ਗਏ ਅਤੇ ਉਹ ਉੱਥੋਂ ਦੱਖਣ ਵੱਲ ਚਲੇ ਗਏ। ਹੁਣ ਦੇਖੋ ਕੁਐਸਚਨ ਕੀ ਬਣਦਾ ਉਰੇ? ਆਫਟਰ ਕਿਟਿੰਗ ਚਮਕੌਰ ਵਿਚ ਪਲੇਸ ਡਿਡ ਗੁਰੂ ਜੀ ਵਿਜ਼ਿਟ? ਮਤਲਬ ਚਮਕੌਰ ਤੋਂ ਬਾਅਦ ਗੁਰੂ ਜੀ ਕਿੱਥੇ ਗਏ ਨੇ? ਤਾਂ ਚਮਕੌਰ ਤੋਂ ਨਿਕਲ ਕੇ ਗੁਰੂ ਜੀ ਗਏ ਸੀਗੇ ਮਾਛੀਵਾੜਾ ਤੇ ਦੀਨਾ ਦੇ ਅੰਦਰ। ਲਿਖਿਆ ਹੋਇਆ ਨਾ, ਤਾਂ ਇਹ ਆਨਸਰ ਹੈਗਾ ਤਾਂ ਮਾਛੀਵਾੜਾ ਤੇ ਦੀਨਾ ਗਏ ਨੇਗੇ। ਤਾਂ ਮਤਲਬ ਤੁਹਾਨੂੰ ਰੂਟ ਪਤਾ ਹੋਣਾ ਚਾਹੀਦਾ ਗੁਰੂ ਜੀ ਕਿੱਥੋਂ ਤੋਂ ਕਿੱਥੋਂ ਗਏ ਸੀਗੇ। ਇਹ ਵੀ ਕੁਐਸਚਨ ਪੇਪਰ ਦੇ ਅੰਦਰ ਬਣਦਾ ਹੈਗਾ। ਫਿਰ ਆਂਦਾ ਹੈਗਾ ਚਮਕੌਰ ਦਾ ਯੁੱਧ 1705 ਦੇ ਵਿੱਚ ਹੋਇਆ ਸੀਗਾ। ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਕੁਝ ਸਿੱਖ ਅਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਘਨੌਲਾ ਅਤੇ ਕੋਟਲਾ ਨਿਹੰਗ ਖਾਂ ਹੁੰਦੇ ਹੋਏ ਚਮਕੌਰ ਸਾਹਿਬ ਪੁੱਜੇ। ਇਸ ਸਮੇਂ ਉਹਨਾਂ ਨਾਲ ਕੇਵਲ 40 ਸਿੱਖ ਸੀ। ਗੁਰੂ ਜੀ ਨਾਲ ਕੌਣ ਸੀਗਾ? 40 ਸਿੱਖ ਸੀਗੇ। ਉਹਨਾਂ ਨੇ ਉੱਥੇ ਕੱਚੀ ਗੜੀ ਵਿੱਚ ਸ਼ਰਨ ਲਈ। ਜਦੋਂ ਉਹਨਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਉਸਦਾ ਡਟ ਕੇ ਮੁਕਾਬਲਾ ਕੀਤਾ। ਗੁਰੂ ਜੀ
ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ, ਮਤਲਬ ਕਾਫੀ ਉਹ ਬਹਾਦਰ ਸੀਗੇ। ਅੰਤ ਨੂੰ ਵੈਰੀ ਦੇ ਆਹੂ ਲਾਉਂਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰਕੇ, ਮਤਲਬ ਲੜਦੇ ਲੜਦੇ ਗੁਰੂ ਜੀ ਦੇ ਬੇਟੇ ਦੋਨੇ ਸ਼ਹੀਦ ਹੋ ਗਏ ਸੀਗੇ ਇਸ ਲੜਾਈ ਦੇ ਅੰਦਰ। ਜਿਹੜੇ 5 ਪਿਆਰੇ ਸੀਗੇ, 5 ਪਿਆਰਿਆਂ ਦੇ ਵਿੱਚੋਂ 3 ਪਿਆਰੇ ਕੌਣ ਕੌਣ? ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਹਿੰਮਤ ਸਿੰਘ ਦੀ ਸ਼ਹੀਦੀ ਵੀ ਕਿੱਥੇ ਹੋਈ ਹੈਗੀ? ਚਮਕੌਰ ਦੇ ਵਿੱਚ ਹੀ ਹੋਈ ਹੈਗੀ। ਅੰਤ ਨੂੰ ਗੁਰੂ ਜੀ ਦੇ 40 ਸਿੰਘਾਂ ਦੇ ਵਿੱਚੋਂ ਕੇਵਲ 5 ਸਿੰਘ ਰਹਿ ਗਏ ਸੀਗੇ। ਉਹਨਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ਤੇ ਮਜਬੂਰ ਕਰ ਦਿੱਤਾ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜਿਹੜੇ ਕਿ 5 ਪਿਆਰਿਆਂ ਦੇ 2 ਪਰਸਨ ਬਚ ਗਏ ਸੀ ਇਹ ਵਾਲੇ, ਠੀਕ ਹੈ, ਉਹਨਾਂ ਨਾਲ ਗੜੀ ਤੋਂ ਬਾਹਰ ਚਲੇ ਗਏ ਸੀਗੇ। ਬਾਕੀ ਦੇ ਸਿੱਖ ਲੜਦੇ ਲੜਦੇ ਉੱਥੇ ਹੀ ਸ਼ਹੀਦ ਹੋ ਗਏ ਸੀਗੇ। ਗੁਰੂ ਸਾਹਿਬ ਜੀ ਮਾਛੀਵਾੜਾ, ਆਲਮਗੀਰ, ਦੀਨਾ ਆਦਿ ਥਾਵਾਂ ਤੋਂ ਹੁੰਦੇ ਹੋਏ ਕਿੱਥੇ ਚਲੇ ਗਏ ਸੀ? ਖਿਦਰਾਣਾ, ਦੈਟ ਇਜ਼ ਮੁਕਤਸਰ ਚਲੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ। ਹੁਣ ਦੇਖੋ, ਇਨ ਵਿਚ ਬੈਟਲ ਡਿਡ ਦਾ ਐਲਡਰਲੀ ਸਨ ਆਫ ਗੁਰੂ ਗੋਬਿੰਦ ਸਿੰਘ, ਅਜੀਤ ਸਿੰਘ ਤੇ ਜੁਝਾਰ ਸ਼ਹੀਦ ਹੋਏ ਸੀਗੇ? ਇਹ ਹੋਏ ਸੀਗੇ ਬੈਟਲ ਆਫ ਚਮਕੌਰ ਦੇ ਅੰਦਰ। ਇੰਪੋਰਟੈਂਟ ਹੈਗਾ, ਜਾਂ ਪੁੱਛਿਆ ਜਾਂਦਾ ਹੈਗਾ ਗੁਰੂ ਜੀ ਦੇ ਵੱਡੇ ਬੱਚੇ ਕਿਹੜੇ ਸ਼ਹੀਦੀ ਪਾਈ ਸੀਗੀ? ਉਹ ਹੈਗੇ ਨੇ ਬਾਬਾ ਜੁਝਾਰ ਸਿੰਘ ਤੇ ਬਾਬਾ ਅਜੀਤ ਸਿੰਘ ਨੂੰ ਮਤਲਬ ਸ਼ਹੀਦ ਹੋਏ ਸੀਗੇ ਚਮਕੌਰ ਦੀ ਲੜਾਈ ਦੇ ਅੰਦਰ। ਇਹ ਸਾਰਾ ਕੁਝ ਇੰਗਲਿਸ਼ ਦੇ ਅੰਦਰ ਹੈ। ਫਿਰ ਅਗਲੀ ਲੜਾਈ ਆਉਂਦੀ ਹੈਗੀ ਬੈਟਲ ਆਫ ਖਿਦਰਾਣਾ। ਇਹ ਕਿੱਥੇ ਹੋਈ ਸੀ? ਖਿਦਰਾਣੇ ਦੇ ਅੰਦਰ। ਕਿੱਥੇ ਹੋਈ, ਕਦੋਂ ਹੋਈ ਸੀ? 1705 ਦੇ ਵਿੱਚ। ਕੌਣ ਕੌਣ ਲੜਿਆ ਸੀ? ਗੁਰੂ ਜੀ ਤੇ ਸਿੱਖ ਸੀਗੇ। ਦੂਜੇ ਪਾਸੇ ਹੈਗੀਆਂ ਸੀ ਮੁਗਲ ਫੋਰਸਿਸ ਸੀਗੀਆਂ। ਜਿੱਤਿਆ ਕੌਣ ਸੀਗਾ ਉਰੇ? ਗੁਰੂ ਜੀ ਤੇ ਸਿੱਖ ਜਿੱਤ ਗਏ ਸੀਗੇ। ਉਰੇ ਹੋਇਆ ਕੀ ਸੀਗਾ? ਸਿੱਖਾਂ ਨੇ ਮੁਗਲਾਂ ਨੂੰ ਹਰਾਤਾ ਸੀਗਾ, ਬਟ ਕੀ ਸੀਗੇ? ਉਹਨਾਂ ਦੇ 40 ਸਿੱਖ ਮਾਰੇ ਗਏ ਸੀ। ਇਹਨੂੰ ਕੀ ਬੋਲਦੇ ਆ ਆਪਾਂ? 40 ਮੁਕਤੇ ਕਹਿੰਦੇ ਹੈਗੇ। ਗੁਰੂ ਜੀ ਜਿੱਥੇ ਤੱਕ ਗਏ, ਬਟ ਗੁਰੂ ਜੀ ਦੇ 40 ਸਿੱਖ ਕੀ ਸੀਗੇ ਉਰੇ? ਮਾਰੇ ਗਏ ਸੀਗੇ। ਹੁਣ ਦੇਖੋ, ਖਿਦਰਾਣੇ ਦਾ ਯੁੱਧ ਸੀ ਜਿਹੜਾ ਚਮਕੌਰ ਸਾਹਿਬ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੇ ਪੁੱਜੇ, ਚਮਕੌਰ ਤੋਂ ਚੱਲੇ ਕਿੱਥੇ ਆ ਗੁਰੂ ਜੀ? ਖਿਦਰਾਣੇ ਦੀ ਢਾਬ ਤੇ ਆ ਗਏ ਨੇ। ਉਸ ਸਮੇਂ ਤੱਕ ਉਹਨਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸੀਗੇ। ਜਿਹੜੇ ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵਿਦਾਵਾ ਲੈ ਗਏ ਸੀ, ਆਪਾਂ ਪਹਿਲਾਂ ਦੇਖਿਆ ਸੀ ਨਾ, ਅਨੰਦਪੁਰ ਦੀ ਲੜਾਈ ਦੇ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸੀਗੇ, ਜਿਹੜੇ ਸਿੱਖ ਵਿਦਾਵਾ ਦੇ ਗਏ ਸੀਗੇ ਉਹ ਗੁਰੂ ਜੀ ਨਾਲ ਫੇਰ ਰਲ ਗਏ ਨੇਗੇ, ਉਹ ਵੀ ਉੱਥੇ ਪੁੱਜ ਗਏ ਸੀਗੇ। ਉਹਨਾਂ ਨਾਲ ਭਾਈ ਮਾਗੋ ਖਾਸ ਤੌਰ ਤੇ ਗੁਰੂ ਜੀ ਦੇ ਪੱਖ ਵਿੱਚ ਲੜਨ ਲਈ ਉੱਥੇ ਪੁੱਜਿਆ ਸੀਗਾ। ਉਸ ਸਮੇਂ ਗੁਰੂ ਜੀ ਦੇ ਕੋਲ ਲਗਭਗ 2000 ਸਿੱਖ ਸੈਨਿਕ ਸਨ। ਦੂਸਰੇ ਪਾਸੇ 10,000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ। ਦੂਜੇ ਪਾਸੇ ਇੱਕ ਪਾਸੇ 2000 ਸਿੱਖ ਨੇ, ਦੂਜੇ ਪਾਸੇ ਹੈਗੇ 10,000 ਦੀ ਵਿਸ਼ਾਲ ਸੈਨਾ ਲੈ ਕੇ ਸਰਹੰਦ ਦਾ ਸੂਬੇਦਾਰ ਕੌਣ ਸੀਗਾ? ਵਜ਼ੀਰ ਖਾਂ ਉੱਥੇ ਆ ਗਿਆ ਸੀਗਾ। ਤਾਂ 29 ਦਸੰਬਰ 1705 ਨੂੰ ਖਿਦਰਾਣੇ ਦੀ ਢਾਬ ਉੱਤੇ ਘਮਸਾਨ ਦਾ ਯੁੱਧ ਹੋਇਆ ਸੀਗਾ। ਇਸ ਯੁੱਧ ਦੇ ਵਿੱਚ ਗੁਰੂ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਨਾਲ ਸਬੂਤ ਦਿੱਤਾ। ਉਹਨਾਂ ਦੇ ਦੁਸ਼ਮਣਾਂ ਦੇ ਆਹੂ ਵੀ ਲਾਹੇ। ਉੱਥੇ ਪਾਣੀ ਦੀ ਘਾਟ ਹੋਣ ਕਰਕੇ ਮੁਗਲਾਂ ਲਈ ਲੜਨਾ ਬਹੁਤ ਔਖਾ ਹੋ ਗਿਆ ਸੀ, ਮਤਲਬ ਪਾਣੀ ਦੀ ਕਮੀ ਸੀ ਕਿ ਤਾਂ ਉਹ ਮੁਗਲ ਸੀ ਜਿਹੜੇ ਮੁਸ਼ਕਿਲ ਚ ਆ ਗਏ। ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ। ਭਾਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖਮੀ ਹੋਈ ਅਤੇ ਉਹਨਾਂ ਦੇ ਵਿਦਾਵਾ ਵਾਲੇ 40 ਸਿੰਘ ਸ਼ਹੀਦ ਹੋ ਗਏ। ਜਿਹੜੇ 40 ਸਿੰਘ ਸੀਗੇ ਵਿਦਾਵਾ ਵਾਲੇ ਉਹ ਵੀ ਸ਼ਹੀਦ ਹੋ ਗਏ ਸੀ, ਪਰ ਜਿੱਤ ਗੁਰੂ ਜੀ ਦੀ ਹੀ ਹੋਈ। ਉਸ ਗੁਰੂ ਜੀ ਦੇ 40 ਸਿੰਘਾਂ ਦੀ ਬਹਾਦਰੀ ਦੇਖ ਕੇ ਉਹਨਾਂ ਦੇ ਮੁਖੀ, ਮਤਲਬ 40 ਸਿੰਘਾਂ ਦਾ ਜਿਹੜਾ ਹੈੱਡ ਕੌਣ ਸੀਗਾ? ਮੁਖੀ ਸੀਗਾ ਭਾਈ ਮਹਾ ਸਿੰਘ ਸੀਗਾ, ਦੇ ਸਾਹਮਣੇ ਉਹਨਾਂ ਵੱਲੋਂ ਵਿਦਾਵਾ ਪਾੜ ਦਿੱਤਾ। ਜਿਹੜਾ ਕਿ ਲਿਖ ਕੇ ਦੇ ਗਏ ਸੀ ਵਿਦਾਵਾ, ਉੱਥੇ ਉਹਨਾਂ ਨੇ ਪਾੜਤਾ ਸੀਗਾ, ਠੀਕ ਹੈ, ਇਹ ਧਿਆਨ ਰੱਖਣਾਗਾ। ਉਹਨਾਂ ਸਿੱਖਾਂ ਨੂੰ ਹੁਣ ਇਤਿਹਾਸ ਦੇ ਵਿੱਚ 40 ਮੁਕਤੇ ਕਹਿ ਕੇ ਯਾਦ ਕੀਤਾ ਜਾਂਦਾ। ਅੱਜ ਵੀ ਕਹਿੰਦੇ ਆਪਾਂ 40 ਮੁਕਤਿਆਂ ਦੇ ਨਾਮ ਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈਗਾ। ਉਹਨਾਂ ਦੀ ਯਾਦ ਵਿੱਚ ਖਿਦਰਾਣਾ ਦਾ ਨਾਂ ਕੀ ਪੈ ਗਿਆ ਸੀਗਾ? ਮੁਕਤਸਰ ਪੈ ਗਿਆ ਸੀਗਾ। ਫਿਰ ਆਂਦਾ ਹੈਗਾ ਕਿਹੜੇ ਗੁਰੂ ਸੰਤ ਸਿਪਾਹੀ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ? ਇਹ ਜਾਣਿਆ ਜਾਂਦਾ ਗੁਰੂ ਹਰਗੋਬਿੰਦ ਸਿੰਘ ਜੀ ਨੂੰ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਿਆ ਜਾਂਦਾ ਸੰਤ ਸਿਪਾਹੀ ਦੇ ਨਾਮ ਨਾਲ। What was the last battle fought by the ਗੁਰੂ ਗੋਬਿੰਦ ਸਿੰਘ ਜੀ against the ਮੁਗਲ? ਮਤਲਬ ਲਾਸਟ ਲੜਾਈ ਕਿਹੜੀ ਲੜੀ ਸੀ ਗੁਰੂ ਜੀ ਦੇ ਮੁਗਲਾਂ ਦੇ ਖਿਲਾਫ? ਹੈਗੀ ਸੀਗੀ ਬੈਟਲ ਆਫ ਖਿਦਰਾਣਾ। ਵਿੱਚ ਬੈਟਲ ਆਰ ਦਾ 40 ਮੁਕਤੇ ਰਿਲੇਟਡ ਟੂ, ਮਤਲਬ ਪੁੱਛਿਆ ਜਾਂਦਾ ਕੁਐਸਚਨ ਜਿਹੜੇ 40 ਮੁਕਤੇ ਨੇ ਇਹ ਕਿਹੜੀ ਲੜਾਈ ਨਾਲ ਸੰਬੰਧਿਤ ਨੇ? ਹੈਗੇ ਨੇ ਖਿਦਰਾਣੇ ਦੀ ਲੜਾਈ ਦੇ ਨਾਲ। Who was the leader of 40 ਮੁਕਤੇ? 40 ਮੁਕਤਿਆਂ ਦੇ ਲੀਡਰ ਕੌਣ ਸੀ? ਤੁਹਾਨੂੰ ਦੱਸਿਆ ਮੈਨੇ, ਭਾਈ ਮਹਾ ਸਿੰਘ। Which was the battle where the 40 ਸਿੱਖ renounced ਗੁਰੂ ਗੋਬਿੰਦ ਸਿੰਘ? ਮਤਲਬ ਉਹ ਕਹਿੰਦੇ ਕਿਹੜੀ ਲੜਾਈ ਸੀ ਜਿੱਥੇ ਜਿਹੜੇ 40 ਸਿੰਘ ਨੇ ਗੁਰੂ ਜੀ ਦਾ ਤਿਆਗ ਕਰ ਦਿੰਦੇ ਨੇ, ਗੁਰੂ ਜੀ ਨੂੰ ਵਿਦਾਵਾ ਲਿਖ ਜਾਂਦੇ ਨੇ? ਉਹ ਹੈਗੀ ਸੀਗੀ ਅਨੰਦਪੁਰ ਦੀ ਦੂਜੀ ਲੜਾਈ 1704 ਦੇ ਵਿੱਚ ਹੋਈ ਸੀਗੀ, ਜਿੱਥੇ ਜਿਹੜੇ ਵਿਦਾਵਾ ਲਿਖ ਜਾਂਦੇ ਨੇ ਸਿੱਖ। ਫਿਰ ਆਂਦਾ ਗੁਰੂ ਜੀ ਦਾ ਰੰਗ ਰੂਪ ਕਿੱਦਾਂ ਸੀ, ਜਾਂ ਗੁਰੂ ਦੀ ਪਰਸਨੈਲਿਟੀਜ਼ ਕਿੱਦਾਂ ਸੀਗੀਆਂ? ਦੇਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਸੁੰਦਰ ਲੱਗਦੇ ਸੀ। ਉਹਨਾਂ ਦਾ ਕੱਦ ਦਰਮਿਆਨਾ, ਸਰੀਰ ਗੱਠਿਆ ਹੋਇਆ ਤੇ ਰੰਗ ਗੋਰਾ ਸੀਗਾ। ਉਹਨਾਂ ਦਾ ਮੱਥਾ ਚੌੜਾ, ਅੱਖਾਂ ਵੱਡੀਆਂ ਪਰ ਚਮਕਦਾਰ ਸੀ। ਉਹਨਾਂ ਦੇ ਵਸਤਰ ਸਾਫ਼ ਤੇ ਸੁੰਦਰ ਸੀਗੇ।
ਉਹ ਸ਼ਸਤਰ ਪਹਿਨ ਕੇ ਰੱਖਦੇ ਸੀਗੇ। ਉਹਨਾਂ ਦੀ ਦਸਤਾਰ ਉੱਤੇ ਕਲਗੀ ਹੁੰਦੀ ਸੀਗੀ, ਉਹਨਾਂ ਦੇ ਹੱਥ ਉੱਤੇ ਬਾਜ ਹੁੰਦਾ ਸੀਗਾ। ਠੀਕ ਹੈ, ਗੁਰੂ ਜੀ ਦੇ ਕੋਲ ਹੱਥ ਤੇ ਕੀ ਹੁੰਦਾ ਸੀਗਾ? ਬਾਜ। ਇਸ ਲਈ ਉਹਨਾਂ ਨੂੰ ਕਲਗੀਧਰ ਦਸ਼ਮੇਸ਼ ਜਾਂ ਚਿੱਟੀਆਂ ਬਾਜਾਂ ਵਾਲਾ ਕਹਿ ਕੇ ਯਾਦ ਕੀਤਾ ਜਾਂਦਾ ਸੀ, ਜਾਂ ਕਹਿੰਦੇ ਸੀਗੇ ਦਸ਼ਮੇਸ਼ ਪਿਤਾ ਵੀ ਕਹਿੰਦੇ ਸੀਗੇ। ਮਤਲਬ ਗੁਰੂ ਜੀ ਦੇ ਵਾਲੇ ਨਾਮ ਨੇਗੇ ਕਲਗੀਧਰ ਦਸ਼ਮੇਸ਼, ਦਸ਼ਮੇਸ਼ ਪਿਤਾ, ਜਾਂ ਚਿੱਟੇ ਬਾਜਾਂ ਵਾਲਾ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੂੰ। ਕਵੀ ਤੇ ਵਿਦਵਾਨ ਦੇ ਰੂਪ ਵਿੱਚ ਹੁਣ ਦੇਖੋ ਗੁਰੂ ਜੀ ਨੂੰ ਕਾਫੀ ਲੈਂਗੁਏਜ ਦੀ ਨੌਲੇਜ ਸੀਗੀ। ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸੀ, ਬ੍ਰਜ ਭਾਸ਼ਾ ਦਾ ਵੀ ਗਿਆਨ ਸੀਗਾ। ਉਹ ਉੱਚ ਕੋਟੀ ਦੇ ਕਵੀ ਵੀ ਸੀਗੇ। ਭਾਵੇਂ ਉਹਨਾਂ ਦੇ ਬਹੁਤ ਸਾਰੀਆਂ ਰਚਨਾਵਾਂ ਸਰਸਾ ਦੀ ਲੜਾਈ ਤੋਂ ਬਾਅਦ ਸਰਸਾ ਨਦੀ ਵਿੱਚ ਰੁੜ ਗਈਆਂ ਸਨ, ਪਰ ਫਿਰ ਵੀ ਉਹਨਾਂ ਦੇ ਕਾਫੀ ਰਚਨਾਵਾਂ ਅਜੇ ਵੀ ਮਿਲਦੀਆਂ ਹਨ, ਜਿੱਦਾਂ ਜਾਪ ਸਾਹਿਬ, ਬਚਿੱਤਰ ਨਾਟਕ, ਜਫਰਨਾਮਾ, ਕਾਲ ਉਸਤਤ, ਸ਼ਸਤਰਨਾਮਾਲਾ, ਚੰਡੀ ਦੀ ਵਾਰ, ਉਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਨੇਗੀਆਂ ਜਿਹੜੇ ਹਲੇ ਵੀ ਆਪਾਂ ਨੂੰ ਮਿਲਦੀਆਂ ਨੇਗੀਆਂ। ਗੁਰੂ ਗੋਬਿੰਦ ਸਿੰਘ ਜੀ ਆਪ ਕਵੀ ਹੋਣ ਦੇ ਨਾਲ ਨਾਲ ਕਵੀਆਂ ਦੀ ਸੰਗਤ ਨੂੰ ਵੀ ਬਹੁਤ ਪਸੰਦ ਕਰਦੇ ਸੀ। ਤਾਂ ਗੁਰੂ ਜੀ ਦੇ ਕੋਲੇ ਆਪਦੇ ਪਾਉਂਟਾ ਸਾਹਿਬ ਵਿਖੇ 52 ਕਵੀ ਰੱਖੇ ਹੋਏ ਸੀਗੇ ਗੁਰੂ ਜੀ ਦੇ ਆਪਦੇ ਪਾਸ। ਤਲਵੰਡੀ ਸਾਬੋ ਵਿੱਚ ਵੀ ਉਹਨਾਂ ਦੇ ਕੋਲ ਕਈ ਕਵੀ ਪੁੱਜੇ ਸਨ। ਉਹਨਾਂ ਦੇ ਪ੍ਰਸਿੱਧ ਕਵੀ ਸਨ ਸੇਨਾਪਤ, ਨੰਦ ਲਾਲ, ਉਦੇ ਰਾਏ, ਅੰਨੀ ਰਾਏ, ਸੁਖਦੇਵ, ਹੰਸਰਾਜ, ਲਖਨ ਤੇ ਗੋਪਾਲ। ਇਹ ਕੁਝ ਕਵੀਆਂ ਦੇ ਨਾਮ ਨੇ ਜਿਹੜੇ ਗੁਰੂ ਜੀ ਦੇ ਨਾਲ ਕਾਫੀ ਫੇਮਸ ਸੀਗੇ। ਫਿਰ ਆਂਦਾ ਗਾ ਗੁਰੂ ਜੀ ਨੇ ਕੰਪੋਜ਼ ਕੀਤਾ ਸੀਗਾ ਦਸਮ ਗ੍ਰੰਥ। ਦਸਮ ਗ੍ਰੰਥ ਦੇ 18 ਸੈਕਸ਼ਨਸ ਨੇਗੇ। ਠੀਕ ਹੈ, ਹੁਣ ਦੇਖੋ ਗੁਰੂ ਜੀ ਨੇ ਕੀ ਕੰਪੋਜ਼ ਕੀਤਾ ਗਾ? ਦਸਮ ਗ੍ਰੰਥ, ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਵਾਰ ਸ਼੍ਰੀ ਭਗਵਤੀ ਜੀ ਕੀ। ਠੀਕ ਹੈ, ਚੰਡੀ ਦੀ ਵਾਰ ਹੋਇਆ ਜਾਂ ਵਾਰ ਸ਼੍ਰੀ ਭਗਵਤੀ ਜੀ ਕੀ ਹੋਇਆ, ਇਹ ਸੇਮ ਹੀ ਗੱਲ ਹੈ। ਮਤਲਬ ਕੁਛ ਜਗ੍ਹਾ ਤੇ ਇਹ ਲਿਖਿਆ ਹੋਇਆ, ਕੁਛ ਜਗ੍ਹਾ ਤੇ ਇਹ ਲਿਖਿਆ ਹੋਇਆ ਹੈਗਾ। ਵਾਰ ਦੁਰਗਾ ਕੀ ਵੀ ਸੇਮ ਗੱਲ ਹੈ, ਇਹ ਦੋਨੋਂ ਇੱਕੋ ਨਾਲ ਦੇ ਨੇ। ਠੀਕ ਹੈ, ਮਤਲਬ ਗਿਆਨ ਪ੍ਰਬੋਧ, ਬ੍ਰਹਮ ਅਵਤਾਰ, ਖਾਲਸਾ ਦੀ ਮਹਿਮਾ ਜਾਂ ਖਾਲਸਾ ਮਹਿਮਾ, ਚੰਡੀ ਚਰਿੱਤਰ, 24 ਅਵਤਾਰ, ਚੌਪਈ ਸਾਹਿਬ, ਸ਼ਸਤਰਨਾਮਾਲਾ, ਜਫਰਨਾਮਾ। ਸੋਰੀ ਫॉर ਪ੍ਰੋਨਾਂਸੀਏਸ਼ਨ, ਤੁਸੀਂ ਦੇਖ ਲੈਣਾ, ਬਟ ਇਹ ਸਾਰੀਆਂ ਕੰਪੋਜੀਸ਼ਨਸ ਗੁਰੂ ਗੋਬਿੰਦ ਸਿੰਘ ਜੀ ਦੀਆਂ, ਜੋ ਕਿ ਕਾਫੀ ਇੰਪੋਰਟੈਂਟ ਨੇਗੀਆਂ। ਹੁਣ ਦੇਖੋ ਕਹਿੰਦੇ ਖਿਦਰਾਣੇ ਦੀ ਲੜਾਈ ਤੋਂ ਬਾਅਦ ਗੁਰੂ ਜੀ ਕੀ ਸੀਗੇ? ਤਲਵੰਡੀ ਸਾਬੋ ਚਲੇ ਗਏ ਸੀਗੇ। ਤਾਂ ਉੱਥੇ ਗੁਰੂ ਜੀ ਨੇ ਕੰਪੋਜ਼ ਕੀਤਾ ਸੀਗਾ ਦਸਮ ਗ੍ਰੰਥ। ਦਸਮ ਗ੍ਰੰਥ ਦੀ ਰਚਨਾ ਕੀਤੀ ਸੀ ਗੁਰੂ ਜੀ ਨੇ ਤਲਵੰਡੀ ਸਾਬੋ। ਤਲਵੰਡੀ ਸਾਬੋ ਦਾ ਨਾਮ ਕੀ ਹੈਗਾ? ਗੁਰੂ ਕੀ ਕਾਸ਼ੀ ਵੀ ਕਹਿੰਦੇ ਆਪਾਂ ਇਹਨੂੰ, ਦਮਦਮਾ ਸਾਹਿਬ ਵੀ ਬੋਲਿਆ ਜਾਂਦਾ ਹੈਗਾ ਤਲਵੰਡੀ ਸਾਬੋ, ਜਿਹੜਾ ਕਿ ਨੀਅਰ ਬਠਿੰਡਾ ਪੈਂਦਾ ਹੈ। ਤਲਵੰਡੀ ਸਾਬੋ ਬਠਿੰਡਾ ਡਿਸਟ੍ਰਿਕਟ ਦੇ ਪਾਸ ਆਂਦਾ ਗਾ ਤਲਵੰਡੀ ਸਾਬੋ। ਫਿਰ ਆਂਦਾ ਗਾ ਜਿਹੜਾ ਗੁਰੂ ਜੀ ਨੇ ਜਿਹੜੀ ਪਹਿਲੀ ਕੰਪੋਜੀਸ਼ਨ ਸੀਗੀ ਵਾਰ ਸ਼੍ਰੀ ਭਗਵਤੀ ਜੀ ਕੀ, ਇਹ ਲਿਖੀ ਸੀ 1684 ਦੇ ਵਿੱਚ ਲਿਖੀ ਸੀਗੀ ਗੁਰੂ ਜੀ ਨੇ। ਤੇ ਜਿਹੜਾ ਬ੍ਰਹਮ ਅਵਤਾਰ ਦੇ ਵਿੱਚ ਕਿਹਦਾ ਵਰਣਨ ਕੀਤਾ ਗਿਆ ਹੈਗਾ? ਵਾਲਮੀਕੀ, ਕਸ਼ਯਪ, ਸ਼ੁਕਰ, ਬ੍ਰਹਸਪਤੀ, ਵਿਆਸ, ਖੱਟ ਤੇ ਕਾਲੀਦਾਸ ਦਾ ਵਰਣਨ ਕੀਤਾ ਗਿਆ ਹੈਗਾ ਬ੍ਰਹਮ ਅਵਤਾਰ ਦੇ ਅੰਦਰ। ਫਿਰ ਆਂਦਾ ਗਾ ਬਿਫੋਰ ਪੂਰਵ ਖਾਲਸਾ ਪੀਰੀਅਡ ਤੋਂ ਪਹਿਲਾਂ ਗੁਰੂ ਜੀ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਸੀਗੀ? ਗੁਰੂ ਜੀ ਨੇ ਕੰਪੋਜ਼ ਕੀਤਾ ਸੀਗਾ ਚੰਡੀ ਦੀ ਵਾਰ ਨੂੰ ਕੰਪੋਜ਼ ਕੀਤਾ ਸੀ ਨੇ ਗੁਰੂ ਜੀ ਨੇ ਪੂਰਵ ਖਾਲਸਾ ਕਾਲ ਤੋਂ ਪਹਿਲਾਂ। ਇਹ ਵਾਲੇ ਕੁਐਸਚਨ ਐਗਜ਼ਾਮ ਦੇ ਅੰਦਰ ਆਏ ਹੋਏ ਨੇ, ਧਿਆਨ ਰੱਖਣਾ। ਫਿਰ ਆਂਦਾ ਹੈਗਾ ਆਟੋਬਾਇਓਗ੍ਰਾਫੀ ਦਾ ਕੀ ਨਾਮ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਆਟੋਬਾਇਓਗ੍ਰਾਫੀ ਦਾ ਨਾਮ ਹੈਗਾ ਬਚਿੱਤਰ ਨਾਟਕ। ਇਨ ਦਾ ਬਚਿੱਤਰ ਨਾਟਕ ਗੁਰੂ ਜੀ ਟੋਲਡ ਅਬਾਊਟ ਅ ਬੈਟਲ ਆਫ ਭੰਗਾਣੀ। ਬਚਿੱਤਰ ਨਾਟਕ ਦੇ ਅੰਦਰ ਗੁਰੂ ਜੀ ਨੇ ਭੰਗਾਣੀ ਦੀ ਲੜਾਈ ਬਾਰੇ ਵੀ ਮੈਂਸ਼ਨ ਕੀਤਾ ਹੋਇਆ ਹੈਗਾ। ਤੇ ਜਿਹੜਾ ਗੁਰੂ ਜੀ ਨੂੰ ਜਿਹੜਾ ਆਪਣਾ ਆਦਿ ਗ੍ਰੰਥ ਹੈ ਸਾਰਾ ਮੁਝਵਾਨੀ ਯਾਦ ਹੈਗਾ, ਬਾਈ ਹਾਰਟ ਗੁਰੂ ਜੀ ਨੂੰ ਲਰਨ ਹੈਗਾ ਆਦਿ ਗ੍ਰੰਥ। ਵੇਅਰ ਡਿਡ ਗੁਰੂ ਗੋਬਿੰਦ ਸਿੰਘ ਜੀ ਗਿਵ ਦਾ ਸਟੇਟਸ ਆਫ ਗੁਰੂ ਗ੍ਰੰਥ ਸਾਹਿਬ ਟੂ ਆਦਿ ਗ੍ਰੰਥ? ਮਤਲਬ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਕਿੱਥੇ ਦਿੱਤਾ ਸੀਗਾ ਗੁਰੂ ਜੀ ਨੇ? ਨੰਦੇੜ ਮਹਾਰਾਸ਼ਟਰ ਦੇ ਅੰਦਰ ਮਤਲਬ ਦਰਜਾ ਦਿੱਤਾ ਸੀਗਾ ਗੁਰੂ ਜੀ ਨੇ ਇਸ ਗ੍ਰੰਥ ਨੂੰ। ਫਿਰ ਆਂਦਾ ਕਿ ਜਫਰਨਾਮਾ, ਇਹ ਕਾਫੀ ਇੰਪੋਰਟੈਂਟ ਹੈ, ਕਾਫੀ ਸਾਰੇ ਕੁਐਸਚਨ ਇਹਦੇ ਅੰਦਰੋਂ ਬਣਦੇ ਨੇਗੇ। ਜਫਰਨਾਮਾ ਕੀ ਸੀਗਾ? ਇੱਕ ਸਪਿਰਿਚੁਅਲ ਵਿਕਟਰੀ ਲੈਟਰ ਸੀਗਾ, ਮਤਲਬ ਇੱਕ ਅਧਿਆਤਮਕ ਜਿੱਤ ਪੱਤਰ ਸੀਗਾ ਜਿਹੜਾ ਕਿ ਗੁਰੂ ਜੀ ਨੇ ਲਿਖਿਆ ਸੀਗਾ ਕਿ ਇਹਨੂੰ ਮੁਗਲ ਐਂਪਰਰ ਸੀਗਾ ਔਰੰਗਜ਼ੇਬ ਉਸ ਟਾਈਮ ਤੇ ਉਸਨੂੰ ਲਿਖਿਆ ਸੀਗਾ ਗੁਰੂ ਜੀ ਨੇ ਬੈਟਲ ਆਫ ਚਮਕੌਰ ਤੋਂ ਬਾਅਦ। ਇਸ ਲੈਟਰ ਨੂੰ ਲਿਖਿਆ ਸੀ ਗੁਰੂ ਜੀ ਨੇ 1700, ਕੋਈ ਕਹਿੰਦਾ 1705, ਕੋਈ ਕਹਿੰਦਾ 1706, ਬਟ ਅਕੋਰਡਿੰਗ ਟੂ ਮੀ ਇਹਦਾ ਆਂਸਰ ਕਿੰਨਾ ਆਏਗਾ? 1705 ਆਏਗਾ। ਬਟ ਇੱਕ ਵਾਰ ਤੁਸੀਂ ਧਿਆਨ ਰੱਖਣਾ ਕਿ ਆਂਸਰ ਆਪਸ਼ਨ ਦੇ ਅਕੋਰਡਿੰਗ ਤੁਸੀਂ ਜਾਣਾਗਾ, ਅਗਰ 1705 ਨਹੀਂ ਮਿਲਦਾ ਤਾਂ 1706 ਟਿਕ ਕਰੋਗੇ। 1706 ਠੀਕ ਹੈ। ਤਾਂ ਇਹਨਾਂ ਨੇ ਬੈਟਲ ਆਫ ਚਮਕੌਰ ਤੋਂ ਬਾਅਦ ਲਿਖਿਆ ਸੀ ਗੁਰੂ ਜੀ ਨੇ ਜਫਰਨਾਮਾ। ਠੀਕ ਹੈ, ਤੇ ਦ ਲੈਟਰ ਇਜ਼ ਰਿਟਨ ਇਨ ਦਾ ਪਰਸ਼ੀਅਨ ਵਰਡਸ, ਮਤਲਬ ਕਿਹੜੇ ਲੈਂਗੁਏਜ ਅੰਦਰ ਲਿਖਿਆ ਗਿਆ ਸੀਗਾ? ਇਹ ਫਾਰਸੀ ਭਾਸ਼ਾ ਦੇ ਅੰਦਰ ਇਹ ਲੈਟਰ ਲਿਖਿਆ ਗਿਆ ਸੀਗਾ। ਇਹਦੇ ਅੰਦਰ 111 ਵਰਡਸ ਨੇਗੇ। ਤੇ ਗੁਰੂ ਜੀ ਨੇ ਲਿਖਿਆ ਕਿੱਥੇ ਸੀਗਾ? ਗੁਰੂ ਜੀ ਨੇ ਲਿਖਿਆ ਸੀਗਾ ਫਰੀਦਕੋਟ ਡਿਸਟ੍ਰਿਕਟ ਦੇ ਕੋਲ ਇੱਕ ਪਲੇਸ ਹੈਗਾ ਦੀਨਾ ਦੇ ਵਿੱਚ ਗੁਰੂ ਜੀ ਨੇ ਇਸ ਨੂੰ ਲਿਖਿਆ ਸੀਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਭਿਜਵਾਇਆ ਸੀਗਾ ਭਾਈ ਦਇਆ ਸਿੰਘ ਜੀ ਤੇ ਭਾਈ ਧਰਮਦਾਸ ਜੀ ਦੇ ਕੇ ਆਏ ਸੀਗੇ ਔਰੰਗਜ਼ੇਬ ਨੂੰ। ਕਿੱਥੇ? ਅਹਿਮਦਨਗਰ ਦੇ ਵਿੱਚ ਇਸ ਲੈਟਰ ਨੂੰ ਦੇ ਕੇ ਆਏ ਸੀਗੇ ਔਰੰਗਜ਼ੇਬ ਨੂੰ। ਜਫਰਨਾਮਾ ਇੱਕ ਸਪਿਰਿਚੁਅਲ ਵਿਕਟਰੀ ਲੈਟਰ ਹੈਗਾ। ਹੁਣ ਦੇਖੋ ਵਿਚ ਲੈਂਗੁਏਜ ਇਜ਼ ਦਾ ਜਫਰਨਾਮਾ ਅਵੇਲੇਬਲ ਇਨ, ਕਿਹੜੇ ਭਾਸ਼ਾਵਾਂ ਦੇ ਵਿੱਚ ਆਪਾਂ ਨੂੰ ਅਵੇਲੇਬਲ ਹੈਗਾ ਜਫਰਨਾਮਾ? ਪੰਜਾਬੀ ਤੇ ਪਰਸ਼ੀਅਨ ਲੈਂਗੁਏਜ ਦੇ ਅੰਦਰ ਅਵੇਲੇਬਲ ਹੈਗਾ। ਫਿਰ ਆਂਦਾ ਗਾ ਮਾਤਾ ਗੁਜਰੀ, ਜਿਹੜੀ ਮਾਤਾ ਗੁਜਰੀ ਜੀ ਨੇਗੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ
मतलब माता नेगे, ठीक है। तो इन्होंने 21 साल कितने बतीत किए ने, बाबा बकाला के अंदर बतीत किए नेगे। तो जी माता गुजरी जी की डैथ कितने होंगी है, सरहंद दे विच, वैन शी हर्ड द न्यूज़, मतलब जो माता गुजरी जी को न्यूज़ मिलती है कि उन्होंने ਜਿਹੜੇ ਬੱਚੇ ਨੇਗੇ, ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਜ਼ਾਦੇ ਨੇਗੇ ਫਤਿਹ ਸਿੰਘ ਤੇ ਜੋਰਾਵਰ ਸਿੰਘ ਨੂੰ ਜਿੰਦਾ ਨੀਹਾਂ ਦੇ ਵਿੱਚ ਚਿਣਵਾਤਾ ਸੀਗਾ ਕਿਹਨੇ, ਵਜ਼ੀਰ ਖਾਨ ਨੇ 1705 ਦਸੰਬਰ ਦੇ ਅੰਦਰ। ਤਾਂ ਮਾਤਾ ਗੁਜਰੀ ਜੀ ਨੂੰ ਜਦੋਂ ਖਬਰ ਮਿਲੀ ਤਾਂ ਉਸੇ ਟਾਈਮ ਤੇ ਮਾਤਾ ਗੁਜਰੀ ਜੀ ਦੇ ਮਤਲਬ ਡੈਥ ਹੋ ਗਈ ਸੀ ਇਸ ਨਿਊਜ਼ ਨੂੰ ਸੁਣਦੇ ਹੀ। फिर आंदा गा एट फतेहगढ़ साहिब नियर सरहंद इज अ श्राइन कोल्ड आ बुरज माता गुजरी, मतलब उत्थे इस दे नेड़े एक श्राइन है किहड़ा, बुरज माता गुजरी। कित्थे आंदा गा, फतेहगढ़ साहिब दे कोले नियर सरहंद दे कोले प्लेस हैगा बुरज माता गुजरी। ते अगला क्वेश्चन आंदा है वेयर इज द गुरुद्वारा ज्योति स्वरूप सिचुएटेड, ये कित्थे हैगा, सरहंद दे विच है। गुरुद्वारा ज्योति स्वरूप मार्क्स द स्पॉट नियर द सरहंद वेयर शी वाज क्रीमेटेड, जिथे माता गुजरी जी नूं मतलब गुरुद्वारा किस दे जिथे उन्होंने मतलब दफनाया गया सी, जिथे उन्होंने दाह संस्कार किया गया सी माता गुजरी जी का, उस गुरुद्वारा की रिलेट करदा हैगा गुरुद्वारा ज्योति स्वरूप सरहंद दे विच हैगा ये वाला। ते जिहड़ा वाजिर खान सीगा इहने की कीता सीगा माता गुजरी जी नूं ते उन्हां दे जिहड़े दो साहिबजादे सीगे गुरु गोबिंद सिंह जी दे, उहनूं की कीता सीगा, कैद कीता होया सीगा। उत्थे की बोलिया सानूं ठंडा बुरज मतलब कोल्ड फोर्ट, जिहड़ा कि दिस फोर्ट वाज नोन एज अ ठंडा बुरज एज इट वाज कंसीडर्ड अ कूल प्लेस ड्यूरिंग द समर, मतलब गर्मियां दे विच भी होर इन्ना ठंडा सीगा, उस टाइम ते तां सर्दी सी जिस टाइम ते उत्थे बच्चों नूं कैद किया गया सीगा। तां उन्हां दी डैथ किवें हो गई सीगी, एक्सट्रीम बहुत ज़्यादा ठंड होण नाल उन्हां दी डैथ हो गई सीगी उस जगह ते, तां करके उहनूं की बोलदे आं आपां ठंडा बुरज जां कोल्ड फोर्ट कहा जांदा हैगा इसनूं। फिर आंदा हैगा टाउस, टाउस बोलते हैं चाहे टाउस बोलते एक साज हैगा, ठीक है। पर्शियन लैंग्वेज विच मतलब की हुंदा हैगा पीकॉक, मतलब मोर हैगा। यह एक वाजा हैगा जिहड़ा कि जिन्हों की फाउंड किहने कीता सीगा, छेवें गुरु हरगोबिंद जी ने बनाया सीगा। बट इदां दा मैं तुहानूं दिखाया भी सीगा छेवें गुरु वीडियो के अंदर, ठीक है। ये वाला एक मतलब इंस्ट्रूमेंट है, म्यूजिकल इंस्ट्रूमेंट हैगा जिहदी स्थापना दा मतलब जिन्हों इन्वेंट किहने कीता सी गुरु हरगोबिंद सिंह जी ने। बट जिहड़ा ये वाला जंतर नूं मोडिफाई किने कीता हैगा, द दिलरुबा ओरिजिनेट्स फ्रॉम द टाउस, कितों बनिया है दिलरुबा, टाउस का नाम की हैगा, यह बनिया हैगा दिलरुबा टाउस तो। ते यह क्रिएशन की दी है कि 10वें गुरु गोबिंद सिंह जी दी है, ठीक है। मतलब पहला की सीगा ताउस सीगा, ताउस तो बाद दिलरुबा, दिलरुबा का लेटेस्ट वर्जन की बन रहा है इसराज, ठीक है। पहला ताउस, ताउस तो बाद दिलरुबा, दिलरुबा तो बाद की बन गया इसराज। मतलब पहला काफी बड़ा हुंदा सी, फिर छोटा करता, फिर छोटा करता, मतलब मोडिफाई करते गए सीगे। बनाया किने सीगा बेसिकली गुरु हरगोबिंद जी ने, मोडिफाई किने कीता सीगा दिलरुबा के अंदर गुरु गोबिंद सिंह जी ने। इस ध्यान रखना हैगा। ताउस इज द बोर्ड स्ट्रिंग इंस्ट्रूमेंट फ्रॉम द नॉर्थ इंडियन रीजन ऑफ द पंजाब तो आंदा हैगा। ताउस वाज इन्वेंटेड बाय द गुरु हरगोबिंद द 6th गुरु ऑफ द सिख एंड ताउस वाज लेटर मॉडिफाइड इनटू द लाइटर दिलरुबा बाय गुरु गोबिंद सिंह जी, मतलब गुरु गोबिंद सिंह जी ने उन्होंने मॉडिफाई किया सीगा इस जंतर नूं। तो क्वेश्चन की बनदा हैगा म्यूजिकल इंस्ट्रूमेंट क्रिएटेड बाय 10th गुरु गोबिंद सिंह जी जां बोलिया जांदा हैगा मॉडिफाइड बाय विच गुरु, ठीक है। ये ध्यान रखना है गुरु गोबिंद सिंह जी ने किया सीगा टाउस जां पा दिलरुबा। फिर आंदा गतका, गतका की है एक मार्शल आर्ट हैगा, ठीक है। तुसीं देखा होगा खेलते हुए, सिख मार्शल आर्ट इज नोन एज अ गतका, मतलब सिखां दी मार्शल आर्ट की बोलते हैं आपां गतका बोलते हैं। गतका इज अ सॉर्ट ऑफ इंडियन लीडरशिप विद द स्टिक, इनू खेडा कितना जाता है कि डंडी सोटी नाल खेडा जाता है, स्टिक नाल खेडा जाता है। गतका हैज़ बीन एसोसीएटेड विद सिखिज्म इनटू द टाइम ऑफ गुरु गोबिंद सिंह जी के टाइम तो इसनू मन्निया जाता है भी ये स्टार्ट होया है, उन्होंने एसोसीएट करता है। बाकी तुसीं रीड कर सकते होगे। सिखिज्म कदों फाउंड होया सीगा 1500 AD दे अंदर। ते सिख शब्द मैंने लत्ता गया कितों लत्ता गया कि संस्कृत भाषा का शब्द हैगा जिहदा मतलब की हैगा सीखण वाला शिष्य या शागिर्द बोलिया जांदा हैगा। सिख सब सिखां दे धर्म पिता कौन ने, श्री गुरु गोबिंद सिंह जी नूं कहा जांदा हैगा। सब सिखां दे धर्म माता कौन नेगे, माता साहिब कौर जी ने जिहड़े कि गुरु गोबिंद सिंह जी दे वाइफ नेगे। सब सिखां दा जन्म स्थान किहड़ा हैगा, श्री आनंदपुर साहिब सब सिखां दा जन्म स्थान मन्निया जांदा हैगा। तुहानूं दस दित्ता मैंने सिख शब्द दा की अर्थ हैगा, शिष्य अर्थात सिक्ख्यार्थी या चेले तो बनिया। पाली भाषा विच सिक्खा दा अर्थ हुंदा हैगा धार्मिक सिक्ख्या ग्रहण करने वाला, ये तुसीं देख सकदे होगे।
ਫਿਰ ਆਂਦਾ ਹੈਗਾ ਭਾਈ ਕਨ੍ਹਈਆ ਜੀ ਕੀ ਸੀਗੇ, ਮਤਲਬ ਜਦੋਂ ਲੜਾਈ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਦੀ ਜਾਂ ਕੋਈ ਵੀ ਦੂਜੇ ਪਾਸੇ ਲੜਦਾ ਸੀਗਾ ਤਾਂ ਜੋ ਵੀ ਜ਼ਖਮੀ ਹੁੰਦਾ ਸੀਗਾ ਉਹਨੂੰ ਕੀ ਕਰਦੇ ਸੀ, ਪਾਣੀ ਪਿਲਾਉਂਦੇ ਸੀ ਤੇ ਮੱਲਮ ਪੱਟੀ ਕਰਦੇ ਸੀਗੇ। ਕੌਣ? ਭਾਈ ਕਨ੍ਹਈਆ ਜੀ। ਇਹ ਧਿਆਨ ਰੱਖਣਾ ਹੈਗਾ ਤੁਸੀਂ। ਫਿਰ ਆਂਦਾ ਗੁਰੂ ਗੋਬਿੰਦ ਸਿੰਘ ਜੀ ਮੈਟ ਬਹਾਦਰ ਸ਼ਾਹ ਵਿੱਚ ਪਲੇਸ। ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ ਮਿਲੇ ਸੀ, ਕਿੱਥੇ ਮਿਲੇ ਸੀਗੇ? ਆਗਰਾ ਦੇ ਵਿੱਚ ਮਿਲੇ ਸੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਨੂੰ। ਹੁਣ ਦੇਖੋ ਗੁਰੂ ਜੀ ਨੇ ਹੈਲਪ ਕੀਤੀ ਸੀ, ਔਰੰਗਜ਼ੇਬ ਦਾ ਬੇਟਾ ਸੀ ਕੌਣ? ਬਹਾਦਰ ਸ਼ਾਹ ਕੌਣ ਸੀਗਾ? ਪਹਿਲਾਂ ਤਾਂ ਇਹ ਔਰੰਗਜ਼ੇਬ ਦਾ ਬੇਟਾ ਸੀਗਾ। ਇਹਦੀ ਹੈਲਪ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਕਿੱਥੇ? ਇਨ ਦਾ ਬੈਟਲ ਆਫ ਜਜਾਊ। ਜਜਾਊ ਦੀ ਲੜਾਈ ਹੋਈ ਸੀਗੀ, ਉਹਦੇ ਵਿੱਚ ਗੁਰੂ ਜੀ ਨੇ ਹੈਲਪ ਕੀਤੀ ਸੀਗੀ ਇਸ ਪਰਸਨ ਦੀ, ਬਹਾਦਰ ਸ਼ਾਹ ਦੀ। ਤੇ ਜੰਗ ਹੋਈ ਕਿਉਂ ਸੀ? ਪਹਿਲਾਂ ਤਾਂ ਇਹ ਦੇਖੋ ਬੈਟਲ ਆਫ ਜਜਾਊ ਕਿਉਂ ਹੋਈ ਸੀ? ਕਿਉਂਕਿ ਜਦੋਂ ਔਰੰਗਜ਼ੇਬ ਦੀ ਡੈਥ ਹੋ ਜਾਂਦੀ ਹੈ 1707 ਦੇ ਵਿੱਚ, ਤਾਂ ਉਸ ਟਾਈਮ ਤੇ ਉਹ ਅੱਗੇ ਗੱਦੀ ਸੌਂਪ ਕੇ ਜਾਂਦਾ ਕਿਸੇ ਨੂੰ, ਤਾਂ ਦੋਨੇ ਭਰਾ ਆਪਸ ਦੇ ਵਿੱਚ ਲੜ ਪੈਂਦੇ ਨੇ, ਬਹਾਦਰ ਸ਼ਾਹ ਤੇ ਮੁਹੰਮਦ ਆਜ਼ਮ ਸ਼ਾਹ। ਇਹ ਦੋਨੇ 20 ਜੂਨ 1707 ਨੂੰ ਆਪਸ ਵਿੱਚ ਲੜ ਪੈਂਦੇ ਨੇਗੇ। ਤਾਂ ਉਸ ਟਾਈਮ ਤੇ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦਾ ਸਾਥ ਦਿੰਦੇ ਨੇ ਤੇ ਬਹਾਦਰ ਸ਼ਾਹ ਜਿੱਤ ਜਾਂਦਾ ਹੈਗਾ ਤੇ ਉਹ ਅਗਲਾ ਮੁਗਲ ਐਮਪਰਰ ਬਣ ਜਾਂਦਾ ਹੈਗਾ ਔਰੰਗਜ਼ੇਬ ਤੋਂ ਬਾਅਦ। ਤਾਂ ਲੜਾਈ ਹੋਈ ਸੀਗੀ ਬੈਟਲ ਆਫ ਜਜਾਊ, ਮਤਲਬ ਇਹਦੇ ਵਿਚਾਲੇ ਬਹਾਦਰ ਸ਼ਾਹ ਤੇ ਮੁਹੰਮਦ ਆਜ਼ਮ ਸ਼ਾਹ ਦੇ ਵਿਚਾਲੇ। After the death of Aurangzeb in February 1707 AD, his successor Bahadur Shah made peace with the Guru। मतलब ਉਹ ਜਦੋਂ ਜਿੱਤ ਜਾਂਦਾ ਹੈਗਾ ਤਾਂ ਗੁਰੂ ਜੀ ਨਾਲ ਸ਼ਾਂਤੀ ਬਣਾ ਲੈਂਦਾ ਹੈਗਾ ਬਹਾਦਰ ਸ਼ਾਹ। The Guru also accompanied with him on his expedition to Deccan। मतलब ਡੈਕਨ ਮਤਲਬ ਕੀ ਹੁੰਦਾ? ਪਹਿਲਾਂ ਤਾਂ ਜਿੱਦਾਂ ਆਪਣੇ ਇੰਡੀਆ ਦਾ ਜੋ ਦੱਖਣ ਵਾਲਾ ਸਾਈਡ ਹੈਗਾ, ਠੀਕ ਹੈ, ਉਹਨੂੰ ਕੀ ਬੋਲਦੇ ਆਪਾਂ? ਡੈਕਨ। ਤਾਂ ਉਸ ਟਾਈਮ ਤੇ ਜਦੋਂ ਗੁਰੂ ਜੀ ਟਰੈਵਲ ਕਰਦੇ ਨੇਗੇ ਤਾਂ ਬਹਾਦਰ ਸ਼ਾਹ ਉਹਦੇ ਨਾਲ ਹੁੰਦਾ ਗੁਰੂ ਜੀ ਦੇ। ਤਾਂ ਕੁਐਸਚਨ ਪੁੱਛਿਆ ਜਾਂਦਾ ਹੈਗਾ, ਹੂ ਵਾਸ ਦਾ ਮੁਗਲ ਐਮਪਰਰ ਅਲੋਂਗ ਵਿਦ ਦਾ ਹੋਮ ਗੁਰੂ ਗੋਬਿੰਦ ਸਿੰਘ ਜੀ ਲੈਫਟ ਫੋਰ ਦਾ ਡੈਕਨ। ਮਤਲਬ ਡੈਕਨ ਦੇ ਲਈ ਗੁਰੂ ਜੀ ਦੀਵਾਨਾ ਹੋ ਜਾਂਦੇ ਨੇ। ਕੌਣ ਪਰਸਨ? ਬਹਾਦਰ ਸ਼ਾਹ ਹੈਗਾ, ਜਿਹਦੇ ਨਾਲ ਇਹ ਗੁਰੂ ਜੀ ਚਲੇ ਜਾਂਦੇ ਨੇ। ਸੋ ਥੈਂਕ ਯੂ।